ਜਦੋਂ 6 ਅਗਸਤ ਦੀ ਗੱਲ ਚੱਲਦੀ ਹੈ ਤਾਂ 1945 ਦਾ ਸਮਾਂ ਯਾਦ ਆਉਂਦਾ ਹੈ। ਉਹ ਸਮਾਂ ਜਦੋਂ ਕਿ ਅਮਰੀਕਾ ਨੇ ਜੋ ਜਾਪਾਨ ਤੇ ਬੰਬ ਸੁੱਟੇ ਸਨ, ਜਾਪਾਨ ਦੇ ਦੋ ਸ਼ਹਿਰ ਹੀਰੋਸ਼ੀਮਾ ਤੇ ਨਾਗਾਸਾਕੀ, ਜਿਨ੍ਹਾਂ ਤੇ ਕਰਮਵਾਰ 6 ਅਗਸਤ ਅਤੇ 9 ਅਗਸਤ ਨੂੰ ਇਹ ਬੰਬਾਰੀ ਕੀਤੀ ਗਈ ਸੀ। ਅੱਜ ਵੀ ਚਾਰੇ ਪਾਸੇ ਇਸ ਤਰ੍ਹਾਂ ਦਾ ਮਾਹੌਲ ਨਹੀਂ, ਹਥਿਆਰਾਂ ਦੇ ਜ਼ਖੀਰੇ ਤਿਆਰ ਕੀਤੇ ਜਾ ਰਹੇ ਨੇ। ਆ ਪਿੱਛੇ ਜੇ ਅਮੋਨੀਅਮ ਨਾਈਟ੍ਰੇਟ ਦੇ ਜਿਹੜੇ ਇੱਕ ਧਮਾਕੇ ਹੋਏ ਨੇ, ਜਿਸ ਤਰ੍ਹਾਂ ਲਿਬਨਾਨ ਦੇ ਵਿੱਚ ਬੈਰੂਤ ਦੇ ਵਿੱਚ ਜੋ ਕੁਝ ਹੋਇਆ, ਸੈਂਕੜੇ ਜਾਨਾਂ ਗਈਆਂ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹ ਅਜੇ ਵੀ ਬਾਜ਼ ਨਹੀਂ ਆਈਆਂ। ਪਰਮਾਣੂ ਹਥਿਆਰਾਂ ਨੂੰ ਤਕਰੀਬਨ ਹਰ ਕੋਈ ਲੈਸ ਹੈ ਔਰ ਦੌੜ ਲੱਗੀ ਹੋਈ ਹੈ। ਪਰਮਾਣੂ ਹਥਿਆਰਾਂ ਦੀ ਦੌੜ, ਭਾਰਤ ਤੇ ਪਾਕਿਸਤਾਨ ਦੋਨੇ ਹੀ ਪਰਮਾਣੂ ਹਥਿਆਰਾਂ ਨਾਲ ਲੈਸ ਨੇ। ਬਿਲਕੁਲ। ਹੁਣ ਜਿਵੇਂ ਈਰਾਨ ਦੇ ਵਿੱਚ ਵੀ ਪਰਮਾਣੂ ਹਥਿਆਰ ਦੀ ਗੱਲ ਚੱਲੀ ਹੈ, ਉੱਤਰੀ ਕੋਰੀਆ 'ਚ ਚੱਲੀ ਹੈ, ਅਮਰੀਕਾ ਘੁਰਕੀ ਦੇ ਰਿਹਾ। ਇਹ ਕਈ ਲੋਕ ਕਹਿਣਗੇ ਵੀ ਉਹ ਗਰੀਬ ਦੇਸ਼ ਨੇ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਠੀਕ ਹੈ, ਨਹੀਂ ਕਰਨਾ ਚਾਹੀਦਾ, ਪਰ ਜਦੋਂ ਵੱਡਾ ਦੇਸ਼ ਉਹਨਾਂ ਨੂੰ ਡਰਾਊਗਾ ਉਹ ਕਿਹੜੇ ਪਾਸੇ ਜਾਣਗੇ। ਅੱਜ ਵੀ ਜਾਪਾਨ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ, ਬਹੁਤ ਸਾਰੇ ਹੱਕਾਂ ਤੋਂ ਵਿਰਵਾ ਹੈ, ਕਿਉਂਕਿ ਅਮਰੀਕਾ ਹੀ ਉਸ ਗੱਲ ਨੂੰ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਕਿ ਉਹ ਅਮਰੀਕਾ ਨੂੰ ਕੀ ਪੇ ਕਰ ਰਿਹਾ। ਇਹ ਵੀ ਇੱਕ ਲੰਮਾ ਵਿਸ਼ਾ ਹੈ। ਜਾਪਾਨ ਦੀ ਇੱਕ ਛਵੀ ਬਣ ਗਈ ਕਿ ਅਸੀਂ ਜੰਗਾਂ ਵਿੱਚ ਨਹੀਂ ਪੈਣਾ ਇਸ ਤਬਾਹੀ ਤੋਂ ਬਾਅਦ। ਪਰ ਜਾਪਾਨ ਦੇ ਵਿੱਚ ਵੀ ਅਸੀਂ ਵੇਖ ਰਹੇ ਹਾਂ ਕਿ ਬਕਾਇਦਾ ਜਿਹੜਾ ਇੱਕ ਹੁਣ ਮਾਹੌਲ ਬਣਿਆ ਹੋਇਆ, ਉੱਥੇ ਵੀ ਜਿਹੜੀ ਜੰਗਜੂ ਕਿਸਮ ਦੀ ਸਪਿਰਿਟ ਹੈ ਉਸ ਤੋਂ ਮੁੜ ਤੋਂ ਉਭਾਰਿਆ ਜਾ ਰਿਹਾ। ਪੈਰ ਪੈਰ ਦੇ ਵੇਖਦੇ ਹਾਂ, ਸਾਡੇ ਕੋਲ ਮਿਸਾਲਾਂ ਨੇ ਕਿ ਕਰੇ ਕੋਈ ਤੇ ਭਰੇ ਕੋਈ ਦਾ ਸਿਧਾਂਤ ਕੰਮ ਕਰ ਰਿਹਾ। ਫਿਰ ਜਿਹੜੇ ਅੰਦਰੂਨੀ ਤੌਰ ਤੇ ਜਾਪਾਨੀ ਲੋਕ, ਅਮਰੀਕਾ ਦੇ ਜੰਮਪਲ, ਉਹਨਾਂ ਨਾਲ ਜਿਹੜੀ ਧੱਕੇਸ਼ਾਹੀ ਹੋਈ ਹੈ, ਉਹਨਾਂ ਨੂੰ ਦੁਸ਼ਮਣ ਮੰਨ ਕੇ ਉਹਨਾਂ ਨੂੰ ਬੇਦਖਲ ਕੀਤਾ ਗਿਆ ਸਮਾਜ ਵਿੱਚ। ਕਸ਼ਮੀਰ ਮਸਲਾ ਹੋਇਆ, ਪਾਕਿਸਤਾਨ ਇੰਡੀਆ ਦਾ ਮਸਲਾ ਹੋਇਆ, ਸਰਹੱਦੀ ਮਸਲੇ ਹੋਏ, ਉਹ ਤਾਂ ਚਾਹਣਗੇ ਬਲਦੀ ਤੇ ਥੋੜਾ ਤੇਲ ਪਾਈ ਚੱਲੋ, ਕਿਉਂਕਿ ਉਹਨਾਂ ਨੂੰ ਫਾਇਦਾ ਇਸ ਚੀਜ਼। ਸਿਆਣੇ ਇਨਸਾਨ ਦੇ ਹੱਥ ਦੇ ਵਿੱਚ ਜ਼ਹਿਰ ਵੀ ਕਿਸੇ ਕੰਮ ਆਉਂਦੀ ਹੈ, ਪਰ ਮੂਰਖ ਇਨਸਾਨ ਸ਼ਹਿਦ ਨੂੰ ਵੀ ਜ਼ਹਿਰ ਬਣਾ ਲੈਂਦਾ, ਤੇ ਅਖੀਰ ਨੂੰ ਇਹ ਮੂਰਖ ਇਨਸਾਨ ਨੇ ਜਿਹੜਾ ਆਪੇ ਹੀ ਆਪਣੀ ਤਬਾਹੀ ਕਰਕੇ ਇਸ ਦਾ ਘੁੱਗ ਵਸਦਾ ਸੰਸਾਰ ਜਿਹੜਾ ਬਰਬਾਦ ਕਰ ਦੇਣਾ। ਸੋ ਕਹਾਣੀ ਇੱਥੇ ਖੜੀ ਹੈ ਕਿ ਜਦੋਂ ਦੁਸ਼ਮਣ ਹੱਥੋਂ ਮਰ ਗਿਆ ਤੇ ਫਿਰ ਤਾਂ ਬਹੁਤ ਮਹਾਨ ਸ਼ਹੀਦ ਬਣ ਗਿਆ, ਪਰ ਜਦੋਂ ਤੁਹਾਡੇ ਦੇਸ਼ ਦੀ ਸਰਕਾਰ ਦੀ ਪਾਲਿਸੀਆਂ ਕਰਕੇ ਉਹ ਮਰ ਰਿਹਾ, ਉਦੋਂ ਸਰਕਾਰ ਨੂੰ ਅਸੀਂ ਕੁਝ ਨਹੀਂ ਕਹਿ ਰਹੇ, ਜਵਾਬਦੇਹ ਨਹੀਂ ਬਣਾ ਰਹੇ। ਸਮੂਹ ਦਰਸ਼ਕਾਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਜਦੋਂ ਅਸੀਂ ਇਤਿਹਾਸ ਨੂੰ ਦੇਖਦੇ ਹਾਂ ਤਾਂ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਕਿ ਹਰ ਦਿਨ ਤੇ ਮੌਕੇ ਤੇ ਕਰਨੀਆਂ ਬਣਦੀਆਂ ਨੇ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਵਾਜ਼ੇ ਪੰਜਾਬ ਪ੍ਰੋਗਰਾਮ ਦੌਰਾਨ ਉਹਨਾਂ ਵਿਸ਼ਿਆਂ ਨੂੰ ਜ਼ਰੂਰ ਸਾਂਝਾ ਕੀਤਾ ਜਾਵੇ ਜਿਨ੍ਹਾਂ ਪ੍ਰਤੀ ਅਸੀਂ ਆਮ ਕਰਕੇ ਅੱਖੋਂ ਪਰੋਖੇ ਹੋ ਜਾਂਦੇ ਹਾਂ। ਇਹਨਾਂ ਦੇ ਵਿੱਚੋਂ ਹੀ ਜਦੋਂ 6 ਅਗਸਤ ਦੀ ਗੱਲ ਚੱਲਦੀ ਹੈ ਤਾਂ 1945 ਦਾ ਸਮਾਂ ਯਾਦ ਆਉਂਦਾ ਹੈ। ਉਹ ਸਮਾਂ ਜਦੋਂ ਕਿ ਅਮਰੀਕਾ ਨੇ ਜੋ ਜਾਪਾਨ ਤੇ ਬੰਬ ਸੁੱਟੇ ਸਨ, ਜਾਪਾਨ ਦੇ ਦੋ ਸ਼ਹਿਰ ਹੀਰੋਸ਼ੀਮਾ ਤੇ ਨਾਗਾਸਾਕੀ, ਜਿਨ੍ਹਾਂ ਤੇ ਕਰਮਵਾਰ 6 ਅਗਸਤ ਅਤੇ 9 ਅਗਸਤ ਨੂੰ ਇਹ ਬੰਬਾਰੀ ਕੀਤੀ ਗਈ ਸੀ। ਇਹ ਭਿਆਨਕ ਬੰਬਾਂ ਦਾ ਨਤੀਜਾ ਸੀ ਕਿ ਇੱਕੋ ਦਿਨ ਦੇ ਵਿੱਚ ਲੱਖਾਂ ਜਾਨਾਂ ਗਈਆਂ ਤੇ ਪੂਰਾ ਸ਼ਹਿਰ ਤਹਿਸ ਨਹਿਸ ਹੋ ਗਿਆ, ਲੋਥੜੇ ਉੱਡ ਗਏ। ਆਉਂਦੀਆਂ ਵੰਸ਼ਜ ਦੇ ਵਿੱਚ ਵੀ ਜਾਂ ਜੀਨਸ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਗਈਆਂ ਕਿ ਉਹ ਵੀ ਵਿਕਲਾਂਗ ਬੱਚੇ ਜਨਮੇ। ਇਸ ਤਰ੍ਹਾਂ ਦਾ ਕਹਿਰ ਜਿਹੜਾ ਹੈ ਅੱਜ ਵੀ ਉਹ ਦਰਦ ਨੂੰ ਯਾਦ ਕਰਾਉਂਦਾ ਹੈ। ਪਰ ਮਨੁੱਖਤਾ ਨੇ ਕੀ ਉਸ ਤੋਂ ਸਬਕ ਸਿੱਖਿਆ? ਸੰਸਾਰ ਦੇ ਰਾਜਨੀਤਿਕਾਂ ਨੇ ਕੀ ਉਸ ਤੋਂ ਅਕਲ ਲਈ ਹੈ ਕਿ ਅੱਜ ਵੀ ਅਸੀਂ ਪਰਮਾਣੂ ਜੰਗ ਦੇ ਹਾਲਾਤ ਦੇ ਵਿੱਚ ਨਹੀਂ, ਅੱਜ ਵੀ ਬੰਬਾਂ ਦੇ ਢੇਰ ਦੇ ਤਾਂ ਨਹੀਂ ਬੈਠੇ। ਅੱਜ ਵੀ ਚਾਰੇ ਪਾਸੇ ਇਸ ਤਰ੍ਹਾਂ ਦਾ ਮਾਹੌਲ ਨਹੀਂ, ਹਥਿਆਰਾਂ ਦੇ ਜ਼ਖੀਰੇ ਤਿਆਰ ਕੀਤੇ ਜਾ ਰਹੇ ਨੇ। ਆ ਪਿੱਛੇ ਜੇ ਅਮੋਨੀਅਮ ਨਾਈਟ੍ਰੇਟ ਦੇ ਜਿਹੜੇ ਇੱਕ ਧਮਾਕੇ ਹੋਏ ਨੇ, ਜਿਸ ਤਰ੍ਹਾਂ ਲਿਬਨਾਨ ਦੇ ਵਿੱਚ ਬੈਰੂਤ ਦੇ ਵਿੱਚ ਜੋ ਕੁਝ ਹੋਇਆ, ਸੈਂਕੜੇ ਜਾਨਾਂ ਗਈਆਂ ਤੇ 2750 ਟਨ ਦੇ ਕਰੀਬ ਜਿਹੜੀ ਇਸ ਤਰ੍ਹਾਂ ਦੀ ਧਮਾਕਾ ਖੇਜ਼ ਸਮੱਗਰੀ ਸੀ, ਉਸ ਨੇ ਕਿੰਨਾ ਨੁਕਸਾਨ ਕੀਤਾ। ਕਿਸ ਕਿਸਮ ਦਾ ਜਿਹੜਾ ਭਿਆਨਕ ਮਾਹੌਲ ਬਣਿਆ ਹੋਇਆ। ਅੱਜ ਕਹਿੰਦੇ ਕਹਾਉਂਦੇ ਦੁਨੀਆ ਦੇ ਵੱਡੇ ਲੋਕਤੰਤਰ ਹਥਿਆਰਾਂ ਦੇ ਪਿੱਛੇ ਪਾਗਲ ਹੋਏ ਪਏ ਨੇ। ਮਨੁੱਖਤਾ ਉੱਥੇ ਰੋਜ਼ੀ ਰੋਟੀ ਦੀ ਮੰਗ ਕਰਦੀ ਹੈ, ਬੱਚੇ ਭੁੱਖੇ ਮਰ ਰਹੇ ਨੇ, ਪਰ ਲੋਕ ਕਿਸ ਦੌੜ ਦੇ ਵਿੱਚ ਨੇ। ਲੱਖਾਂ ਜਾਨਾਂ ਗਵਾ ਚੁੱਕੇ ਆ, ਹੋਰ ਕਿੰਨੀਆਂ ਕੁ ਗਵਾਉਣੀਆਂ। ਇੱਕ ਚਿੰਤਾ ਦਾ ਵਿਸ਼ਾ ਹੈ ਜਿਸ 'ਤੇ ਸਾਨੂੰ ਸਾਰਿਆਂ ਨੂੰ ਫਿਕਰਮੰਦੀ ਦਾ ਇਜ਼ਹਾਰ ਕਰਨਾ ਬਣਦਾ ਹੈ। ਇਸ ਗੱਲ ਨੂੰ ਲੈ ਕੇ ਅੱਜ ਦਾ ਇਹ ਪ੍ਰੋਗਰਾਮ ਤੁਹਾਡੀ ਨਜ਼ਰ ਕਰ ਰਹੇ ਹਾਂ, ਜਿਸ ਦੇ ਵਿੱਚ ਸਾਡੇ ਸਾਥ ਦੇ ਰਹੇ ਨੇ ਮਹਿਮਾਨ ਗੁਰਪ੍ਰੀਤ ਸਿੰਘ ਜੀ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਜੀ। ਬਹੁਤ ਸ਼ੁਕਰੀਆ ਗੁਰਿੰਦਰ ਸਿੰਘ ਜੀ, ਮੰਚ ਮੁਹੱਈਆ ਕਰਨ ਲਈ ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਜਦੋਂ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਇਤਿਹਾਸ ਦੇ ਉਸ ਸਮੇਂ ਨੂੰ, ਦੁਖਾਂਤ ਨੂੰ, ਜਦੋਂ 6 ਅਗਸਤ 1945 ਨੂੰ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਤੇ ਅਮਰੀਕਾ ਨੇ ਬੰਬ ਸੁੱਟਿਆ ਤੇ ਉਸ ਬੰਬ ਦੀ ਜਿਹੜੀ ਤਬਾਹੀ ਹੋਈ, ਜਿਸ ਕਿਸਮ ਦਾ ਨੁਕਸਾਨ ਹੋਇਆ, ਅੱਜ ਵੀ ਉਹ ਜਿਹੜੀਆਂ ਪੀੜ੍ਹੀਆਂ ਯਾਦ ਕਰਦੀਆਂ ਨੇ। ਇਹ ਇਸ ਤਰ੍ਹਾਂ ਦਾ ਜਿਹੜਾ ਘਟਨਾ ਇਸ ਤੋਂ ਬਾਅਦ 3 ਦਿਨ ਫਿਰ ਬਾਅਦ ਹੋਈ ਤੇ ਆਖਰਕਾਰ ਉਸ 3 ਦਿਨ ਦੀ ਤਬਾਹੀ ਸੀ ਜਿਹੜੀ ਹੈ, ਉਸ ਤੋਂ ਬਾਅਦ ਲੋਕਾਂ ਨੂੰ ਅਹਿਸਾਸ ਹੋ ਗਿਆ ਕਿ ਹੁਣ ਕੋਈ ਚਾਰਾ ਨਹੀਂ।
ਤੇ ਫਿਰ ਜਾਪਾਨ ਨੇ 14 ਅਗਸਤ ਨੂੰ ਆਪਣੇ ਹਥਿਆਰ ਸੁੱਟੇ, ਸਰੈਂਡਰ ਕੀਤਾ। ਪਰਲ ਹਾਰਬਰ ਇਸ ਦੀ ਤਸਵੀਰ ਹੈ, ਜਿੱਥੇ ਕਿ ਪਹਿਲਾਂ ਜਾਪਾਨ ਵੱਲੋਂ ਫੌਜੀ ਜੋ ਉਹਨਾਂ ਦਾ ਥਾਂ ਸੀ ਉੱਥੇ ਬੰਬ ਸੁੱਟਿਆ ਗਿਆ, ਤਬਾਹੀ ਹੋਈ, ਤੇ ਉਸ ਤੋਂ ਬਾਅਦ ਅਮਰੀਕਾ ਨੇ ਸਾਰਾ ਕੁਝ ਕੀਤਾ। ਤੇ ਬਹੁਤ ਸਾਰੀਆਂ ਹੋਰ ਤਾਕਤਾਂ ਵੀ ਨੇ। ਅੱਜ ਉਹਨਾਂ ਦੀ ਬਰਸੀ ਹੈ, ਅਸੀਂ ਚੇਤੇ ਕਰਦੇ ਹਾਂ, ਪਰ ਬਹੁਤ ਕੁਝ ਸਿੱਖਣ ਨੂੰ ਹੈ। ਸੋ ਮੈਂ ਚਾਹਾਂਗਾ ਕਿ ਇਸ ਵਿਸ਼ਾ ਵਸਤੂ ਨੂੰ ਲੈ ਕੇ ਅੱਜ ਖੁੱਲ੍ਹੀ ਗੱਲਬਾਤ ਆਪਾਂ ਕਰੀਏ। ਕੁਲਵਿੰਦਰ ਸਿੰਘ, ਸਭ ਤੋਂ ਵੱਡੀ ਗੱਲ ਜਿਹੜੀ ਸਿੱਖਣ ਵਾਲੀ ਹੈ, ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਇਸ ਗੱਲ ਦੀ ਕਿ ਤੁਸੀਂ ਇਸ ਵਿਸ਼ੇ ਨੂੰ ਆਪਣੇ ਮੰਚ ਤੇ ਲੈ ਕੇ ਆਏ, ਕਿਉਂਕਿ ਬਹੁਤ ਘੱਟ ਮੀਡੀਆ ਸਾਥੀ ਨੇ ਜਿਹੜੇ ਇਸ ਕਿਸਮ ਦੇ ਜਿਹੜੇ ਗੰਭੀਰ ਮੁੱਦਿਆਂ, ਸੰਜੀਦਾ ਮੁੱਦਿਆਂ ਤੇ ਗੌਰ ਵੀ ਕਰਦੇ ਆ। ਧੰਨਵਾਦ ਜੀ। ਕਿਉਂਕਿ ਜਿਹੜਾ ਪਰਮਾਣੂ ਨਿਸ਼ਸਤਰੀਕਰਨ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ਦਾ ਬਹੁਤ ਅਹਿਮ ਮੁੱਦਾ ਜੀ, ਔਰ ਦੁਨੀਆ ਭਰ 'ਚ ਜਿਹੜੇ ਅਮਨ ਪਸੰਦ ਲੋਕ ਨੇ ਉਹ ਚਾਹੁੰਦੇ ਨੇ ਕਿ ਇਹਨਾਂ ਹਥਿਆਰਾਂ ਦੀ ਤਲਾਂਜਲੀ ਦਿੱਤੀ ਜਾਵੇ। ਸੋ ਇਸ ਕਰਕੇ ਇਹਦੀ ਆਵਾਜ਼ ਹਮੇਸ਼ਾ ਹੀ ਰਹੂਗੀ। ਖਾਸ ਤੌਰ 'ਤੇ ਜੋ ਨਾਗਾਸਾਕੀ, ਹਿਰੋਸ਼ੀਮਾ ਦੇ ਵਿੱਚ ਹੋਇਆ, ਉਸਨੇ ਸੰਸਾਰ ਭਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਸੋ ਇੱਕ ਵਾਰੀ ਸਿੱਧ ਕਰ ਦਿੱਤਾ ਕਿ ਕਿੰਨੇ ਮਾਰੂ ਹਥਿਆਰ ਨੇ ਔਰ ਕਿਸ ਤਰ੍ਹਾਂ ਤਬਾਹੀ ਦੇ ਕਾਰਨ ਬਣ ਸਕਦੇ ਨੇ। ਨਾਲੇ ਇਹ ਨਹੀਂ ਕਿ ਸਿਰਫ ਉਦੋਂ ਹੀ ਇੰਨੀਆਂ ਮੌਤਾਂ ਹੋਈਆਂ, ਇੰਨੇ ਲੋਕ ਅਪਾਹਜ ਹੋਏ, ਉਸ ਤੋਂ ਬਾਅਦ ਵੀ ਉਸਦਾ ਜਿਹੜਾ ਅਸਰ ਮਹਿਸੂਸ ਕੀਤਾ ਗਿਆ। ਕਿਉਂਕਿ ਜਿਹੜਾ ਹਵਾ ਦੇ ਵਿੱਚ, ਪਾਣੀ ਵਿੱਚ ਜਿਹੜਾ ਜਿਸ ਕਿਸਮ ਦਾ ਜ਼ਹਿਰ ਫੈਲ ਜਾਂਦਾ, ਉਸ ਦਾ ਅਸਰ ਆਉਂਦੀਆਂ ਪੀੜ੍ਹੀਆਂ ਵੀ ਕਬੂਲਦੀਆਂ। ਸੋ ਬੱਚੇ ਬਾਅਦ 'ਚ ਵੀ ਵਿਕਲਾਂਗ ਪੈਦਾ ਹੋਏ, ਹੋਰ ਬੜਾ ਕੁਝ ਹੋਇਆ। ਸੋ ਭਰਪਾਈ ਛੇਤੀ ਕਿਤੇ ਹੁੰਦੀ ਨਹੀਂ, ਪੂਰੀ ਨਸਲ ਇੱਕ ਤਰੀਕੇ ਨਾਲ ਤਬਾਹ ਹੋ ਜਾਂਦੀ। ਸੋ ਇਸ ਕਰਕੇ ਇਸ ਮੁੱਦੇ ਦੀ ਸਦਾ ਹੀ ਵਾਜਬੀਅਤ ਰਹੇਗੀ। ਸੋ ਪਹਿਲਾਂ ਬਰੋਡਲੀ ਤਾਂ ਆਪਾਂ ਇਹ ਗੱਲ ਕਰਨੀ ਹੈ ਜਿਹੜੀ ਸਮਝਣ ਵਾਲੀ ਕਿ ਇਸ ਕਿਸਮ ਦੇ ਮਾਰੂ ਹਥਿਆਰ ਬਣਨੇ ਹੀ ਨਹੀਂ ਚਾਹੀਦੇ। ਇੱਕ ਤਾਂ ਪਹਿਲੂ ਇਹ ਹੈ ਕਿ ਮਾਰੂ ਹਥਿਆਰਾਂ ਦਾ ਨੁਕਸਾਨ ਕਿੰਨਾ ਲੋਕਾਈ ਨੂੰ ਹੋ ਰਿਹਾ। ਕੋਈ ਵੀ ਮਸਲਾ ਉਸਦਾ ਅਖੀਰ ਹੱਲ ਕੀ ਹੈ ਕਿ ਡਾਇਲੌਗ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹ ਅਜੇ ਵੀ ਬਾਜ਼ ਨਹੀਂ ਆਈਆਂ। ਪਰਮਾਣੂ ਹਥਿਆਰਾਂ ਨਾਲ ਤਕਰੀਬਨ ਹਰ ਕੋਈ ਲੈਸ ਹੈ ਔਰ ਦੌੜ ਲੱਗੀ ਹੋਈ ਹੈ। ਪਰਮਾਣੂ ਹਥਿਆਰਾਂ ਦੀ ਦੌੜ, ਨਿਸ਼ਸਤਰੀਕਰਨ ਦੀ ਗੱਲ ਤਾਂ ਬਹੁਤ ਪਿੱਛੇ ਰਹਿ ਗਈ, ਹਥਿਆਰਾਂ ਦੀ ਦੌੜ ਲੱਗੀ ਹੋਈ ਹੈ। ਜੇ ਅਸੀਂ ਆਪਣੇ ਦੱਖਣੀ ਏਸ਼ੀਆਈ ਖਿੱਤੇ ਦੀ ਗੱਲ ਕਰੀਏ ਤਾਂ ਭਾਰਤ ਤੇ ਪਾਕਿਸਤਾਨ ਦੋਨੇ ਹੀ ਪਰਮਾਣੂ ਹਥਿਆਰਾਂ ਨਾਲ ਲੈਸ ਨੇ। ਬਿਲਕੁਲ ਸਹੀ। ਜਦੋਂ ਕਦੇ ਜੰਗ ਹੋਈ ਤੇ ਵੱਡੀ ਤਬਾਹੀ ਹੋਏਗੀ। ਇਜ਼ਰਾਈਲ ਵਰਗਾ ਮੁਲਕ ਵੀ ਉਸ ਦੇ ਨਾਲ ਲੈਸ ਹੈ, ਅਮਰੀਕਾ ਵਰਗੇ ਸਾਰੇ ਸ਼ਕਤੀਸ਼ਾਲੀ ਦੇਸ਼। ਸੋ ਜਿਹੜੇ ਪਰਮਾਣੂ ਨਿਸ਼ਸਤਰੀਕਰਨ ਦੀ ਗੱਲ ਕਰਨ ਵਾਲੇ ਲੋਕ ਨੇ ਉਹਨਾਂ ਦੀ ਆਵਾਜ਼ ਬਹੁਤ ਸੁੰਗੜ ਕੇ ਰਹਿ ਗਈ, ਉਹ ਤਾਕਤ ਬਹੁਤ ਸੀਮਤ ਹੋ ਗਈ। ਸੋ ਦੌੜ ਇਹੋ ਜਿਹੀ ਚੱਲ ਪਈ ਕਿ ਵੱਧ ਤੋਂ ਵੱਧ ਹਥਿਆਰ ਰੱਖੇ ਜਾਣ ਔਰ ਦਲੀਲ ਦਿੱਤੀ ਜਾਂਦੀ ਕਿ ਅਸੀਂ ਆਪਣੇ ਬਚਾਓ ਲਈ ਰੱਖ ਰਹੇ ਹਾਂ। ਜੇ ਅਸੀਂ ਰੱਖਾਂਗੇ ਫਿਰ ਗੁਆਂਢੀ ਦੇਸ਼ ਜਾਂ ਸਾਡਾ ਦੁਸ਼ਮਣ ਦੇਸ਼ ਹਮਲਾ ਕਰਨ ਤੋਂ ਗੁਰੇਜ਼ ਕਰੇਗਾ, ਇਹ ਦਲੀਲ ਦਿੱਤੀ ਜਾਂਦੀ ਆਮ ਤੌਰ ਤੇ। ਪਰ ਜਦੋਂ ਨਿਸ਼ਸਤਰੀਕਰਨ ਦੀ ਗੱਲ ਕਰਨ ਵਾਲੇ ਦੇ ਪਰਸਪੈਕਟਿਵ ਤੋਂ ਸਮਝਿਆ ਜਾਵੇ ਤਾਂ ਸਾਰਿਆਂ ਨੂੰ ਹੀ ਜਵਾਬ ਦੇ ਬਣਾਉਣ ਦੀ ਲੋੜ ਹੈ। ਔਰ ਜਿਹੜੀਆਂ ਵੱਡੀਆਂ ਤਾਕਤਵਰ ਜਿਹੜੀਆਂ ਕੌਮਾਂ ਨੇ ਜਾਂ ਤਾਕਤਵਰ ਦੇਸ਼ ਨੇ, ਉਹਨਾਂ ਦੀ ਜ਼ਿੰਮੇਵਾਰੀ ਵੱਧ ਬਣਦੀ ਹੈ ਕਿ ਪਹਿਲਾਂ ਉਹਨਾਂ ਨੂੰ ਪਹਿਲ ਕਦਮੀ ਕਰਨੀ ਪੈਣੀ ਹੈ। ਹੁਣ ਜਿਵੇਂ ਈਰਾਨ ਦੇ ਵਿੱਚ ਵੀ ਪਰਮਾਣੂ ਹਥਿਆਰ ਦੀ ਗੱਲ ਚੱਲੀ ਹੈ, ਉੱਤਰੀ ਕੋਰੀਆ 'ਚ ਚੱਲੀ ਹੈ, ਅਮਰੀਕਾ ਘੁਰਕੀ ਦੇ ਰਿਹਾ। ਇਹ ਕਈ ਲੋਕ ਕਹਿਣਗੇ ਵੀ ਉਹ ਗਰੀਬ ਦੇਸ਼ ਨੇ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਠੀਕ ਹੈ, ਨਹੀਂ ਕਰਨਾ ਚਾਹੀਦਾ, ਪਰ ਜਦੋਂ ਵੱਡਾ ਦੇਸ਼ ਉਹਨਾਂ ਨੂੰ ਡਰਾਊਗਾ ਉਹ ਕਿਹੜੇ ਪਾਸੇ ਜਾਣਗੇ। ਸੋ ਸ਼ੁਰੂਆਤ ਵੱਡੇ ਦੇਸ਼ਾਂ ਵੱਲੋਂ ਹੋਏਗੀ ਤਾਂ ਜਾ ਕੇ ਬਾਕੀ ਜਿਹੜੇ ਹੈ ਇਸ ਗੱਲ ਦੀ ਰਜ਼ਾਮੰਦ ਹੋਣਗੇ। ਸੋ ਇਹ ਇੱਕ ਦਿਆਨਤਦਾਰੀ ਦਿਖਾਉਣ ਦੀ ਲੋੜ ਹੈ। ਇੱਕ ਤਾਂ ਪਹਿਲੂ ਇਹ ਹੈ। ਦੂਜਾ ਪਹਿਲੂ ਹੁਣ ਨਸਲਵਾਦ ਦਾ ਵੀ ਹੈ ਕਿ ਜਿਹੜਾ ਨਾਗਾਸਾਕੀ, ਹਿਰੋਸ਼ੀਮਾ ਦੇ ਜਿਹੜੇ ਬੰਬ ਸੁੱਟੇ ਗਏ, ਇਹ ਗੱਲ ਹੁਣ ਡਾਕੂਮੈਂਟ ਹੋ ਚੁੱਕੀ ਹੈ ਕਿ ਇੱਕ ਸਾਜ਼ਿਸ਼ੀ ਢੰਗ ਨਾਲ ਸੁੱਟੇ ਗਏ, ਐਕਸਪੈਰੀਮੈਂਟ ਕਰਨ ਲਈ, ਅਸਰ ਵੇਖਣ ਲਈ। ਯਾਨੀ ਜਾਪਾਨ ਦੇ ਉਸ ਖਿੱਤੇ ਦੇ ਲੋਕਾਂ ਦੀ ਆਬਾਦੀ ਨੂੰ ਇਸ ਤਰ੍ਹਾਂ ਲਿਆ ਗਿਆ ਕਿ ਇਹਨਾਂ ਦੇ ਉੱਤੇ ਅਸੀਂ ਅਭਿਆਸ ਕਰ ਸਕਦੇ ਹਾਂ। ਕੀ ਤੁਹਾਡੀ ਇੰਨੀ ਘਿਰਣਿਤ ਸੋਚ ਹੈ ਕਿ ਤੁਸੀਂ ਸੋਚਦੇ ਹੋ ਕਿ ਉਹ ਲੋਕ ਇਸ ਯੋਗ ਨੇ ਕਿ ਤੁਸੀਂ ਉਹਨਾਂ 'ਤੇ ਅਭਿਆਸ ਕਰੋਗੇ? ਇਹ ਗੱਲ ਬਹੁਤ ਮਾੜੀ ਹੋਈ ਹੈ। ਔਰ ਫਿਰ ਬਾਅਦ 'ਚ ਜੋ ਜਾਪਾਨ ਤੇ ਅਮਰੀਕਾ ਦਾ ਆਪਸੀ ਵਿਵਾਦ ਚੱਲਦਾ ਸੀ, ਉਸਦੇ ਚਲਦੇ ਜੋ ਅਮਰੀਕਾ ਦੇ ਵਿੱਚ ਜਾਪਾਨੀ ਲੋਕਾਂ ਨਾਲ ਜ਼ਿਆਦਤੀਆਂ ਹੋਈਆਂ, ਕੈਨੇਡਾ ਵਿੱਚ ਵੀ ਹੋਈਆਂ, ਇਹਨਾਂ ਨੂੰ ਘਰਾਂ ਤੋਂ ਕੱਢ ਕੇ ਇੰਟਰਨਲ ਕੈਂਪਾਂ 'ਚ ਭੇਜਿਆ ਗਿਆ, ਉਸ ਦੀ ਭਰਪਾਈ ਕੌਣ ਕਰੂਗਾ? ਅੱਜ ਵੀ ਉਸਦਾ ਕੌੜਾ ਸੱਚ ਜਿਹੜਾ ਹੈ ਲੋਕਾਂ ਦੇ ਚੇਤਿਆਂ 'ਚ ਬੈਠਾ ਹੋਇਆ। ਸੋ ਨਾ ਸਿਰਫ ਪਰਮਾਣੂ ਨਿਸ਼ਸਤਰੀਕਰਨ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ, ਇਸ ਸਾਰੇ ਇਤਿਹਾਸ ਤੋਂ ਸਿੱਖ ਕੇ ਨਸਲਵਾਦ ਦੇ ਖਿਲਾਫ ਵੀ ਲਾਮਬੰਦ ਹੋਣ ਦੀ ਲੋੜ ਹੈ, ਕਿਉਂਕਿ ਇਹ ਦੋਨੇ ਮੁੱਦੇ ਆਪਸ ਵਿੱਚ ਜੁੜੇ ਹੋਏ ਆ। ਸੋ ਮੈਂ ਇਸ ਨੂੰ ਇਸ ਤਰ੍ਹਾਂ ਵੇਖਦਾ। ਮੈਨੂੰ ਯਾਦ ਹੈ ਕਿ ਹਵਾਈ ਜਾਣ ਦਾ ਮੌਕਾ ਮਿਲਿਆ ਤੇ ਅਸੀਂ ਖਾਸ ਤੌਰ ਤੇ ਉਸ ਮਿਊਜ਼ੀਅਮ ਦੇ ਵਿੱਚ ਗਏ ਜਿੱਥੇ ਸਾਰਾ ਇਤਿਹਾਸ ਸੀ ਕਿ ਜਿਵੇਂ ਮੁੱਢਲੇ ਰੂਪ ਦੇ ਵਿੱਚ ਜਿਸ ਤਰ੍ਹਾਂ ਦੇ ਲੋਕ ਉੱਥੇ ਰਹਿੰਦੇ ਸਨ ਜਾਂ ਜਾਪਾਨ ਦੇ ਨਾਲ ਉਹਨਾਂ ਦਾ ਜੋ ਸੰਬੰਧ ਸੀ, ਜਿਸ ਤਰ੍ਹਾਂ ਛੋਟੇ ਛੋਟੇ ਕਬੀਲੇ ਸਨ, ਉਹਨਾਂ ਦੀ ਕਿਵੇਂ ਰਹਿਣ ਸਹਿਣ ਸੀ, ਕਿਸ ਤਰੀਕੇ ਨਾਲ ਫਿਰ ਤਾਕਤਾਂ ਨੇ ਉਹਨਾਂ 'ਤੇ ਕਬਜ਼ਾ ਕੀਤਾ, ਕਿਸ ਤਰੀਕੇ ਨਾਲ ਉਹ ਸਾਰਾ ਕੁਛ ਪਰਲ ਹਾਰਬਰ 'ਤੇ ਜੋ ਹੋਇਆ। ਇੱਕ ਸਮਾਂ ਐਸਾ ਸੀ ਕਿ ਜਾਪਾਨ ਨੇ ਜਿਸ ਤਰੀਕੇ ਨਾਲ ਉਹਦੇ 'ਤੇ ਹਮਲਾ ਕੀਤਾ, ਉਸ ਹਮਲੇ ਦੇ ਵਿੱਚ ਉਹ ਅੱਜ ਵੀ ਉਹ ਨਿਸ਼ਾਨਦੇਹੀ ਉੱਥੇ ਕੀਤੀ ਹੋਈ ਹੈ ਕਿ ਜਿੱਥੇ ਬੰਬ ਸੁੱਟੇ ਗਏ, ਜਾਪਾਨ ਦੇ ਵੱਲੋਂ ਜੋ ਪਹਿਲ ਕਦਮੀ ਕੀਤੀ ਗਈ, ਉਸ ਦੇ ਵਿੱਚ ਫੌਜੀ ਜਿਹੜਾ ਜਿੱਥੇ ਅਮਰੀਕਾ ਦਾ ਹੱਦ ਸੀ ਉਸ 'ਤੇ ਨਿਸ਼ਾਨਾ ਬਣਾਇਆ ਗਿਆ। ਪਰ ਸਿਵਿਲੀਅਨ ਦੇ ਉੱਪਰ, ਜਿਵੇਂ ਤੁਸੀਂ ਗੱਲ ਕਿਹਾ, ਆਮ ਲੋਕਾਂ ਦੇ ਉੱਪਰ, ਸ਼ਹਿਰ ਦੇ ਉੱਪਰ ਇਸ ਤਰ੍ਹਾਂ ਦੇ ਬੰਬ ਸੁੱਟਣੇ ਅਤੇ ਉਹਦੇ ਵਿੱਚ ਵੀ ਹੱਲਾਸ਼ੇਰੀ ਉਸ ਵੇਲੇ ਅਮਰੀਕਾ ਨੂੰ ਬਾਕੀਆਂ ਤੋਂ ਮਿਲਣੀ ਕਿ ਹੁਣ ਮੈਦਾਨ ਜਿੱਤਿਆ ਗਿਆ, ਕਿਉਂਕਿ ਬਾਕੀ ਸਾਰੇ ਜਿਹੜੇ ਆ ਉਹਨਾਂ 'ਤੇ ਆਪਣੀ ਧੌਂਸ ਜਮਾ ਲਈ ਸੀ ਅਮਰੀਕਾ ਨੇ ਜਾਂ ਇਹਨਾਂ ਤਾਕਤਾਂ ਨੇ ਜਿਹੜੀਆਂ ਅਮਰੀਕਾ ਦੇ ਸਾਥੀ ਸੰਗੀ ਸਨ।
ਤੇ ਉਸ ਵੇਲੇ ਜਾਪਾਨ ਹੀ ਇਕੱਲਾ ਸੀ ਜਿਹੜਾ ਡਟਿਆ ਹੋਇਆ ਸੀ ਇਸ ਦੇ ਖਿਲਾਫ। ਸੋ ਆਖਰੀ ਨਿਸ਼ਾਨਾ ਜਾਪਾਨ ਸੀ ਤੇ ਜਾਪਾਨ ਦੇ ਵਿੱਚ ਜਦੋਂ ਇਹ ਬੰਬ ਸੁੱਟਣ ਵਾਲੇ ਬਕਾਇਦਾ ਜਿਹੜੇ ਫੌਜੀ ਦਸਤਿਆਂ ਦੀ ਅਗਵਾਈ ਕਰਨ ਵਾਲਾ ਵਿਅਕਤੀ ਸੀ ਉਸਨੇ ਉਸ ਵੇਲੇ ਦੇ ਪ੍ਰਧਾਨ ਨੂੰ ਜੋ ਕਿਹਾ ਉਹ ਸ਼ਬਦ ਵੀ ਅੰਕਿਤ ਨੇ ਕਿ ਮੈਂ ਹੁਣ ਉਹ ਸਬਕ ਸਿਖਾਉਣ ਜਾ ਰਿਹਾ ਜਿਹੜਾ ਕਿ ਇਤਿਹਾਸ ਯਾਦ ਕਰੇਗਾ। ਤੇ ਉਸ ਨੂੰ ਹੱਲਾਸ਼ੇਰੀ ਪ੍ਰਧਾਨ ਨੇ ਦਿੱਤੀ ਕਿ ਹਾਂ ਇਹ ਤੂੰ ਕੰਮ ਕਰ। ਤੇ ਉਸ ਵੇਲੇ ਕੁਛ ਉਹਨੇ ਉਹ ਗੱਲਾਂ ਕਹੀਆਂ ਜਿਹੜੀਆਂ ਕਿ ਅਸੀਂ ਜਦੋਂ ਦੇਖਦੇ ਹਾਂ ਕਿ ਸਾਡੇ ਆਪਣੇ ਜਿਹੜੇ ਭਾਰਤੀ ਪ੍ਰਸੰਗਿਕਤਾ ਦੇ ਵਿੱਚ ਜਦੋਂ ਜੰਗ ਯੁੱਧ ਚੱਲੇ ਜਾਂ ਮਹਾਭਾਰਤ ਦੇ ਵਿੱਚ ਉਹਦੇ ਹਵਾਲੇ ਦਿੱਤੇ ਗਏ, ਇੱਕ ਉਹ ਵੀ ਕਮਾਲ ਦਾ ਇੱਕ ਰੈਫਰੈਂਸ ਇੱਕ ਥਾਂ ਤੇ ਮੈਨੂੰ ਮਿਲਿਆ, ਮੈਂ ਹੈਰਾਨ ਹੋ ਗਿਆ ਦੇਖ ਕੇ ਕਿ ਉਹ ਹਵਾਲੇ ਦਿੱਤੇ ਕਿ ਉਹ ਭਾਸ਼ਣ ਦੇ ਵਿੱਚ ਉਹ ਜਦੋਂ ਆਪਣੇ ਟੈਕਸਟ ਕਰ ਰਿਹਾ ਉਸ ਦੇ ਵਿੱਚ ਰੈਫਰੈਂਸ ਦਿੰਦਾ, ਕੌਰਵਾਂ ਪਾਂਡਵਾਂ ਦੀ ਲੜਾਈ ਦਾ ਰੈਫਰੈਂਸ ਦਿੰਦਾ। ਇਹਦਾ ਮਤਲਬ ਕਿੱਥੇ ਕਿੱਥੇ ਜਿਹੜੀ ਕੀ ਸੋਚ ਕਿਸ ਕਿਸਮ ਦੀ ਪਣਪੀ ਹੋਈ ਸੀ। ਉਸ ਤੋਂ ਬਾਅਦ ਜਿਹੜਾ ਉਸ ਵੇਲੇ ਦਾ ਜਿਹੜਾ ਸਵਾਸਤਿਕਾ ਵਾਲੇ ਜਿਹੜਾ ਜਿਸ ਕਿਸਮ ਦਾ ਚੱਲ ਰਿਹਾ ਸੀ, ਚਾਹੇ ਉਹ ਹਿਟਲਰ ਦਾ ਸੀ ਚਾਹੇ ਮੁਸੋਲਿਨੀ ਦਾ ਸੀ, ਉਹਨਾਂ ਸਾਰਿਆਂ ਦੀ ਇਨਵੋਲਵਮੈਂਟ ਜਿਸ ਕਿਸਮ ਦੀ ਰਹੀ, ਜਿਸ ਕਿਸਮ ਦਾ ਮਾਹੌਲ ਬਣਿਆ ਪਹਿਲਾਂ, ਉਹ ਵੀ ਇੱਕ ਬੜਾ ਵੱਡਾ ਦੁਖਾਂਤ ਸੀ। ਸੋ ਇਹਨੂੰ ਸਾਰੇ ਨੂੰ ਜਦੋਂ ਦੇਖਦੇ ਹਾਂ ਕਿ ਜਿੱਥੇ ਜਾ ਕੇ ਅਖੀਰ ਤੇ ਉਹਨਾਂ ਨੇ ਸਰੈਂਡਰ ਕੀਤਾ ਉਹ ਜਹਾਜ਼ ਹੁਣ ਵੀ ਪਾਰਲ ਹਾਰਬਰ ਤੇ ਖੜਾ, ਜਿੱਥੇ ਅਮਰੀਕਾ ਦੇ ਸਾਹਮਣੇ ਉਹਨਾਂ ਨੇ ਸਰੈਂਡਰ ਕੀਤਾ। ਉਸ ਤੋਂ ਬਾਅਦ ਆਰਮੀ ਰੱਖਣ ਦਾ ਜਿਹੜਾ ਹੱਕ ਖੋਲ੍ਹਿਆ ਗਿਆ, ਉਹ ਵੀ ਅਮਰੀਕਾ ਇਹਨੂੰ ਜਾਪਾਨ ਨੂੰ ਆਪਣੀ ਜਿਹੜੀ ਹੈ ਇੱਕ ਆਰਮੀ ਪ੍ਰੋਵਾਈਡ ਕਰੇਗਾ। ਜਾਪਾਨ ਤੋਂ ਹੋਰ ਵੀ ਬਹੁਤ ਉਸ ਸ਼ਰਤ ਦੇ ਅਨੁਸਾਰ ਅਧਿਕਾਰ ਖੋਏ ਗਏ। ਅੱਜ ਵੀ ਜਾਪਾਨ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਬਹੁਤ ਸਾਰੇ ਹੱਕਾਂ ਤੋਂ ਵਿਰਵਾ ਹੈ, ਕਿਉਂਕਿ ਅਮਰੀਕਾ ਹੀ ਉਸ ਗੱਲ ਨੂੰ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਤੇ ਉਹ ਅਮਰੀਕਾ ਨੂੰ ਕੀ ਪੇ ਕਰ ਰਿਹਾ, ਇਹ ਵੀ ਇੱਕ ਲੰਮਾ ਵਿਸ਼ਾ ਹੈ। ਸੋ ਉਦੋਂ ਤੋਂ ਲੈ ਕੇ ਗੁਰਦਰ ਸਿੰਘ ਜੀ ਗੱਲ ਇੱਕ ਹੋਰ ਬੜੀ ਦਿਲਚਸਪ ਇਹ ਹੋਈ ਹੈ ਕਿ ਦੇਖੋ ਜਾਪਾਨ ਦੇ ਵਿੱਚ ਪਰਮਾਣੂ ਨਿਸ਼ਸਤਰੀਕਰਨ ਦੀ ਗੱਲ ਕਾਫੀ ਜ਼ਿਆਦਾ ਅੱਡੀਆਂ ਚੁੱਕ ਕੇ ਕੀਤੀ ਜਾਂਦੀ ਰਹੀ ਜੀ। ਜਾਪਾਨ ਦੀ ਇੱਕ ਛਵੀ ਬਣ ਗਈ ਕਿ ਅਸੀਂ ਜੰਗਾਂ ਵਿੱਚ ਨਹੀਂ ਪੈਣਾ ਇਸ ਤਬਾਹੀ ਤੋਂ ਬਾਅਦ। ਪਰ ਜਾਪਾਨ ਦੇ ਵਿੱਚ ਵੀ ਅਸੀਂ ਵੇਖ ਰਹੇ ਹਾਂ ਕਿ ਬਕਾਇਦਾ ਜਿਹੜਾ ਇੱਕ ਹੁਣ ਮਾਹੌਲ ਬਣਿਆ ਹੋਇਆ, ਉੱਥੇ ਵੀ ਜਿਹੜੀ ਜੰਗਜੂ ਕਿਸਮ ਦੀ ਸਪਿਰਿਟ ਆ ਉਸ ਤੋਂ ਮੁੜ ਤੋਂ ਉਭਾਰਿਆ ਜਾ ਰਿਹਾ। ਇੱਕ ਉੱਥੇ ਮੰਦਿਰ ਬਣਿਆ ਹੋਇਆ ਕਹਿੰਦੇ ਕਿ ਜਿਹੜਾ ਯਾਦਗਾਰੀ ਕੋਈ ਥਾਂ ਜਿੱਥੇ ਕਿ ਜਿਹੜੇ ਮ੍ਰਿਤਕ ਫੌਜੀਆਂ ਦੀ ਯਾਦ ਵਿੱਚ ਜੀ, ਜਿਹੜਾ ਕਿ ਬੇਸਿਕਲੀ ਜੰਗ ਵਿੱਚ ਜਿਹੜੇ ਮਾਰੇ ਗਏ ਲੋਕਾਂ ਦੀ ਯਾਦ 'ਚ ਕੁਝ ਬਣਾਇਆ ਗਿਆ ਉੱਥੇ। ਉਹ ਬਹੁਤਾ ਤੌਰ 'ਤੇ ਉਸਨੂੰ ਵਰਜਿਤ ਏਰੀਆ ਮੰਨਿਆ ਗਿਆ ਕਿ ਲੋਕੀ ਕਹਿੰਦੇ ਸੀ ਉਸ ਦੀ ਬਹੁਤਾ ਉਪਾਸਨਾ ਨਾ ਕੀਤੀ ਜਾਵੇ ਕਿਉਂਕਿ ਇਸ ਦੇ ਨਾਲ ਗਲਤ ਰਵਾਇਤ ਪੈਦਾ ਹੁੰਦੀ, ਗਲਤ ਸੁਣਿਆ ਜਾਂਦਾ। ਪਰ ਪਿਛਲੇ ਕੁਝ ਸੱਜੇ ਪੱਖੀ ਜਿਹੜੇ ਆਗੂ ਆਏ ਨੇ ਜਾਪਾਨ ਦੇ ਵਿੱਚ, ਉਹਨਾਂ ਨੇ ਉੱਥੇ ਜਾਣਾ ਸ਼ੁਰੂ ਕਰ ਦਿੱਤਾ, ਡਿਫੈਂਸ ਬਜਟ ਬਣਾਉਣੇ ਸ਼ੁਰੂ ਕਰ ਦਿੱਤੇ। ਯਾਨੀ ਜਾਪਾਨ ਵੀ ਉਸ ਰਾਹ ਤੁਰ ਪਿਆ ਜਿਹੜਾ ਜਾਪਾਨ ਇਸ ਪੂਰੇ ਅਭਿਆਸ ਤੋਂ ਜਾਂ ਤਜਰਬੇ ਤੋਂ ਬਾਅਦ ਇਹ ਤੈਅ ਕਰ ਬੈਠਾ ਸੀ ਕਿ ਅਸੀਂ ਹੁਣ ਪਾਸੇ ਰਵਾਂਗੇ। ਬਿਲਕੁਲ ਅੱਜ ਉਹ ਵੀ ਉਸ ਪਿਆਲੀ 'ਚ ਜਾ ਪਿਆ। ਇਹ ਬਹੁਤ ਵੱਡਾ ਇੱਕ ਟਰਨਿੰਗ ਪੁਆਇੰਟ ਆਇਆ ਇਤਿਹਾਸ ਦੇ ਵਿੱਚ, ਬੜਾ ਪੁੱਠਾ ਗੇੜ ਜੀ। ਸੋ ਮੈਂ ਗੱਲ ਉੱਥੇ ਲੈ ਕੇ ਆਊਂਗਾ ਘੁਮਾ ਫਿਰਾ ਕੇ ਕਿ ਜਿਹੜੀ ਬੇਸਿਕਲੀ ਤਾਂ ਇਹ ਸਾਮਰਾਜੀ ਸੋਚ ਦੇ ਅਧੀਨ ਕੀਤਾ ਗਿਆ ਜੀ। ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜੀ ਜਿਸ ਕਿਸਮ ਦੀ ਪਾਲਾਬੰਦੀ ਚੱਲ ਰਹੀ ਸੀ ਸਾਰੇ ਦੁੱਧ ਤੋਤੇ ਤਾਂ ਹੈ ਨਹੀਂ ਸੀਗੇ, ਠੀਕ ਹੈ ਨਾ, ਪਰ ਖਮਿਆਜਾ ਭੋਗਿਆ ਕਿਹਨਾਂ ਨੇ? ਤੁਸੀਂ ਚੜ੍ਹਾਈ ਤਾਂ ਕਰਤੀ। ਦੇਖੋ ਸਤੰਬਰ 11 ਦਾ ਹਮਲਾ ਜਦੋਂ ਹੋਇਆ ਉਸ ਤੋਂ ਬਾਅਦ ਇਹ ਗੱਲ ਕਲੀਅਰ ਸੀ ਕਿ ਅਫਗਾਨਿਸਤਾਨ ਵੱਲ ਹੁਣ ਚੜ੍ਹਾਈ ਦੀ ਤਿਆਰੀਆਂ ਨੇ। ਪਰ ਸਤੰਬਰ 11 ਦੇ ਵਿੱਚ ਜਿਹੜੇ ਲੋਕ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਨੇ ਗਰੁੱਪ ਖੜਾ ਕੀਤਾ, ਸੈਪਟੰਬਰ 11 ਫੈਮਿਲੀਜ਼ ਫॉर ਪੀਸਫੁਲ ਟਮੋਰੋਜ਼, ਯਾਨੀ ਕੱਲ ਸਾਡਾ ਸਕੂਨ ਵਾਲਾ ਹੋਵੇ। ਉਹਨਾਂ ਨੇ ਹਾੜੇ ਕੱਢੇ ਬੁਸ਼ ਖੋਲ ਕੇ ਵੀ ਤੁਸੀਂ ਹਮਲਾ ਨਾ ਕਰਿਓ, ਸਾਡਾ ਪੱਜ ਬਣਾ ਕੇ ਹਮਲਾ ਨਾ ਕਰਿਓ। ਪਰ ਉਹਨਾਂ ਦੀ ਗੱਲ ਦੀ ਪਰਵਾਹ ਕੀਤੇ ਬਿਨਾ ਇਰਾਕ 'ਤੇ ਚੜ੍ਹਾਈ ਕੀਤੀ, ਅਫਗਾਨਿਸਤਾਨ 'ਤੇ ਚੜ੍ਹਾਈ ਕੀਤੀ ਗਈ, ਬਾਅਦ 'ਚ ਇਰਾਕ ਨੂੰ ਵੀ ਨਿਸ਼ਾਨੇ 'ਤੇ ਰੱਖਿਆ ਗਿਆ, ਉਸ 'ਤੇ ਚੜ੍ਹਾਈ ਕੀਤੀ ਗਈ। ਜੋ ਤਬਾਹੀ ਹੋਈ ਹੈ ਅਸੀਂ ਸਾਰੇ ਜਾਣਦੇ ਹਾਂ। ਉਸ ਵਿੱਚ ਨਿਰਾ ਪੂਰਾ ਨੁਕਸਾਨ ਤਾਲਿਬਾਨ ਦਾ ਜਾਂ ਕਰੜਪੰਥੀਆਂ ਦਾ ਨਹੀਂ ਹੋਇਆ, ਲੋਕਾਈ ਦਾ ਨੁਕਸਾਨ ਬੜਾ ਹੋਇਆ ਬਹੁਤ ਵੱਡਾ, ਜਿਸ ਦੀ ਭਰਪਾਈ ਕਰਨੀ ਬਹੁਤ ਔਖੀ ਹੈ। ਸੋ ਅਸੀਂ ਪੈਰ ਪੈਰ ਦੇ ਵੇਖਦੇ ਹਾਂ, ਸਾਡੇ ਕੋਲ ਮਿਸਾਲਾਂ ਨੇ ਕਿ ਕਰੇ ਕੋਈ ਤੇ ਭਰੇ ਕੋਈ ਦਾ ਸਿਧਾਂਤ ਕੰਮ ਕਰ ਰਿਹਾ। ਫਿਰ ਜਿਹੜੇ ਅੰਦਰੂਨੀ ਤੌਰ 'ਤੇ ਜਾਪਾਨੀ ਲੋਕ, ਅਮਰੀਕਾ ਦੇ ਜੰਮਪਲ, ਉਹਨਾਂ ਨਾਲ ਜਿਹੜੀ ਧੱਕੇਸ਼ਾਹੀ ਹੋਈ ਹੈ, ਉਹਨਾਂ ਨੂੰ ਦੁਸ਼ਮਣ ਮੰਨ ਕੇ ਉਹਨਾਂ ਨੂੰ ਬੇਦਖਲ ਕੀਤਾ ਗਿਆ ਸਮਾਜ ਵਿੱਚੋਂ ਜੀ। ਤੇ ਉਹ ਕਿੰਨਾ ਚਿਰ ਉਹ ਵਿਚਾਰੇ ਇੰਟਰਨੈਟ ਕੈਂਪਾਂ 'ਚ ਧੱਕੇ ਖਾਂਦੇ ਰਹੇ ਜੀ। ਇਹ ਬਿਲਕੁਲ ਉਵੇਂ ਸੀ ਜਿਵੇਂ 84 ਦੇ ਕਤਲੇਆਮ ਵੇਲੇ ਕਿ 2 ਸਿੱਖਾਂ ਨੇ ਇੰਦਰਾ ਨੂੰ ਕਤਲ ਕੀਤਾ ਤੇ ਸਾਰੇ ਭਾਈਚਾਰੇ ਨੂੰ ਸਜ਼ਾ ਦਿੱਤੀ ਗਈ। ਉਹੀ ਕੰਮ ਇੱਥੇ ਹੋਇਆ ਜੀ। ਜਾਪਾਨੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਸਾਰੇ ਉੱਤਰੀ ਅਮਰੀਕਾ 'ਚ, ਕੈਨੇਡਾ 'ਚ ਵੀ ਹੋਇਆ ਜੀ। ਸੋ ਇਸ ਦੀ ਕੋਈ ਜਸਟੀਫਿਕੇਸ਼ਨ ਨਹੀਂ ਸੀ। ਸੋ ਜਿਹੜੇ ਧਰੂਵੀਕਰਨ ਹੋਏ ਨੇ, ਲੜਾਈਆਂ ਦੇ ਜਿਹੜਾ ਕਾਰਨ ਬਣਿਆ, ਉਸ ਨੂੰ ਕੋਈ ਇਨਕਾਰ ਨਹੀਂ ਕਰਦਾ ਜੀ। ਉਸ ਵਿੱਚ ਹਿਟਲਰ ਦੀ ਜਿਹੜੀ ਭੂਮਿਕਾ ਸੀ, ਜਾਪਾਨ ਦੀ ਆਪਣੀ ਭੂਮਿਕਾ ਸੀ, ਜਾਂ ਇਹਨਾਂ ਦੀ ਕੀ ਭੂਮਿਕਾ ਸੀ, ਉਸ ਦੇ ਜਵਾਬਦੇਹੀ ਸਾਰਿਆਂ ਨੂੰ ਦੇਣੀ ਪਏਗੀ ਬਿਲਕੁਲ। ਪਰ ਇਸ ਦੀ ਕੋਈ ਜਸਟੀਫਿਕੇਸ਼ਨ ਨਹੀਂ ਕਿ ਤੁਸੀਂ ਜਾਪਾਨ ਦੇ ਲੋਕਾਂ ਦੀ ਨਸਲ ਨੂੰ ਟਿੱਚ ਸਮਝਦੇ ਹੋਏ ਐਡਾ ਵੱਡਾ ਹਮਲਾ ਕਰਦੇ ਹੋ ਔਰ ਫਿਰ ਤੁਹਾਡੇ ਦੇਸ਼ ਵਿੱਚ ਰਹਿਣ ਵਾਲੇ ਜਾਪਾਨੀਆਂ ਨੂੰ ਧੱਕੇ ਮਾਰੋ। ਇਸ ਦੀ ਗੱਲ ਦੀ ਕੋਈ ਵਾਜਬ ਨਹੀਂ ਸੀ। ਇਤਿਹਾਸ ਇਸ ਗੱਲ ਦੀ ਕਹਾਣੀ ਸਾਡੇ ਸਾਹਮਣੇ ਰੱਖਦਾ ਹੈ ਕਿ ਜੋ ਇਹ ਤਬਾਹੀ ਹੋਈ ਹੈ ਉਹ ਅੱਜ ਵੀ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਮਨ ਕੰਬ ਉੱਠਦਾ ਹੈ। ਪਰ ਸਵਾਲ ਇਹ ਹੈ ਕਿ 1945 ਤੋਂ 2020 ਕੀ ਹਥਿਆਰ ਉਦੋਂ ਵੱਡੇ ਖਤਰਨਾਕ ਨਹੀਂ ਬਣੇ? ਕੀ ਜ਼ਖੀਰੇ ਉਦੋਂ ਵੱਡੇ ਨਹੀਂ ਹੋਏ?
ਕਿ ਮੁਲਕਾਂ ਦੇ ਕੋਲ ਇਹ ਜਿਹੜੀ ਐਟੋਮਿਕ ਪਾਵਰ ਨਹੀਂ ਵਧੀ, ਕਿ ਸਾਇੰਸ ਦੀ ਜਿਹੜੀ ਕੰਟਰੀਬਿਊਸ਼ਨ ਸੀ, ਚਾਹੇ ਆਟਮ ਦੀ ਸੀ ਜਾਂ ਫਿਰ ਅਸੀਂ ਇਹ ਦੇਖੋ ਨਾਈਟ੍ਰੋਜਨ ਦੀ ਸੀ ਜਾਂ ਅਮੋਨੀਅਮ ਨਾਈਟ੍ਰੇਟ, ਜਿਹੜੀ ਕਿ ਕਿੰਨੀ ਉਸਾਰੂ ਕੰਮਾਂ ਲਈ ਜਾਂ ਉਹ ਤਾਕਤ ਜਿਹੜੀ ਮਨੁੱਖੀ ਸੇਵਾ ਲਈ ਹੋ ਸਕਦੀ ਹੈ, ਉਸ ਦੀ ਵਰਤੋਂ ਕਾਹਦੇ ਵਾਸਤੇ ਹੋ ਰਹੀ ਹੈ। ਇਹ ਸਾਰੀ ਦੀ ਸਾਰੀ ਜਿਹੜੀ ਵਰਤੋਂ ਹੈ, ਈਵਨ ਜੇ ਅਸੀਂ ਹਵਾਈ ਹਮਲਿਆਂ ਦੀ ਗੱਲ ਕਰੀਏ, ਜਹਾਜ਼ ਦੀ ਇਸਤੇਮਾਲ ਕਿਹੜੇ ਕੰਮ ਵਾਸਤੇ ਹੋ ਰਿਹਾ। ਇਹਦਾ ਮਤਲਬ ਇਹ ਹੈ ਕਿ ਦੁਨੀਆ ਦੇ ਜਿਹੜੇ ਤਾਕਤਵਰ ਮੁਲਕ ਨੇ ਜਿਸ ਕਿਸਮ ਦਾ ਉਹ ਇੱਕ ਮਾਡਲ ਪੇਸ਼ ਕਰ ਰਹੇ ਨੇ, ਕਮਜ਼ੋਰ ਮੁਲਕ ਵੀ ਫਿਰ ਉਸੇ ਰਸਤੇ ਤੇ ਚੱਲ ਰਹੇ ਨੇ ਤੇ ਦੁਨੀਆ ਬਰਬਾਦੀ ਦੇ ਕਿਨਾਰੇ ਤੇ ਹੈ। ਗੁਰਦਰ ਸਿੰਘ ਜੀ, ਇੱਕ ਬੜੀ ਮਸ਼ਹੂਰ ਕਹਾਣੀ ਹੈ ਕਿ ਇੱਕ ਰਾਜੇ ਨੇ ਬਾਂਦਰ ਨੂੰ ਤਲਵਾਰ ਦੇਤੀ ਜੀ ਤੇ ਰਾਖੀ ਤੇ ਬਿਠਾਤਾ। ਅਖੀਰ ਹੋਇਆ ਕੀ, ਇੱਕ ਵਾਰੀ ਰਾਜਾ ਸੁੱਤਾ ਪਿਆ ਸੀ, ਮੱਖੀ ਉਹਦੇ ਨੱਕ ਤੇ ਆ ਬੈਠੀ ਤੇ ਬਾਂਦਰ ਨੇ ਸੋਚਿਆ ਮੈਂ ਹੁਣ ਤਲਵਾਰ ਨਾਲ ਮੱਖੀ ਨੂੰ ਮਾਰ ਦੂੰ। ਮੱਖੀ ਤਾਂ ਗਈ ਉੜ, ਰਾਜਾ ਖਤਮ ਹੋ ਗਿਆ। ਸੋ ਅਸੀਂ ਕਹਿੰਦੇ ਨਾ ਕਿ ਬਾਂਦਰ ਹੱਥ ਤਲਵਾਰ ਨਾ ਦਿਓ। ਹਾਂ, ਕਈ ਵਾਰੀ ਟੈਕਨੋਲੋਜੀ ਦਾ ਕਸੂਰ ਨਹੀਂ ਹੁੰਦਾ, ਟੈਕਨੋਲੋਜੀ ਵਰਤਣ ਵਾਲਾ ਕਸੂਰਵਾਰ ਹੁੰਦਾ। ਉਹਦੀ ਮਨਸ਼ਾ ਜਿਹੜੀ ਹੈ ਉਹ ਕੀ ਹੈ। ਚਾਕੂ ਜਿਹੜਾ ਜੀ, ਚਾਕੂ ਨਾਲ ਤੁਸੀਂ ਫਲ ਸਬਜ਼ੀ ਵੀ ਕੱਟ ਸਕਦੇ ਹੋ, ਕਿਸੇ ਦਾ ਗਲ ਵੀ ਵੱਢ ਸਕਦੇ ਹੋ, ਉਹਦੇ ਨਾਲ ਉਹਨੂੰ ਵਿਖਾ ਕੇ ਤੁਸੀਂ ਕਿਸੇ ਨੂੰ ਲੁੱਟ ਵੀ ਸਕਦੇ ਹੋ। ਅੱਗ ਜਿਹੜੀ ਆ ਤੁਸੀਂ ਚਾਹੇ ਉਹਦੇ ਨਾਲ ਰੋਟੀਆਂ ਪਕਾ ਲਓ, ਚਾਹੇ ਕਿਸੇ ਦਾ ਘਰ ਫੂਕ ਦਿਓ, ਉਹ ਤੁਹਾਡੀ ਚੋਣ। ਟੈਕਨੋਲੋਜੀ ਦਾ ਕਈ ਵਾਰੀ ਕਸੂਰ ਨਹੀਂ ਹੁੰਦਾ, ਵਰਤਣ ਵਾਲੇ ਦੀ ਮਨਸ਼ਾ ਦੇ ਉੱਤੇ ਸਾਰਾ ਕੁਝ ਨਿਰਭਰ ਕਰਦਾ। ਬਿਲਕੁਲ। ਪਰ ਨਿਊਕਲੀਅਰ ਟੈਕਨੋਲੋਜੀ ਦੇ ਕੇਸ 'ਚ ਇੱਕ ਵੱਖਰਾ ਸਵਾਲ ਅੱਜ ਕੱਲ੍ਹ ਉੱਠ ਰਿਹਾ। ਹਥਿਆਰਾਂ ਦੀ ਗੱਲ ਪਾਸੇ ਛੱਡ ਦੀ ਥੋੜ੍ਹੀ ਦੇਰ ਲਈ, ਇੱਥੋਂ ਤੱਕ ਕਿ ਇਸ ਤੋਂ ਇਹ ਸਵਾਲ ਉੱਠ ਰਿਹਾ ਕਿ ਇਸ ਦਾ ਜਿਹੜਾ ਬਿਜਲੀ ਉਤਪਾਦਨ ਲਈ ਇਸ ਟੈਕਨੋਲੋਜੀ ਦਾ ਇਸਤੇਮਾਲ ਵਾਜਬ ਹੈ ਜਾਂ ਨਹੀਂ ਹੈ, ਕਿਉਂਕਿ ਉਸ ਦੇ ਵੀ ਬੜੇ ਮਾਰੂ ਸੁੱਟੇ ਨਿਕਲੇ। ਬਿਲਕੁਲ ਜੀ। ਹੁਣ ਜਾਪਾਨ ਵਿੱਚ ਫੂਕੂਸ਼ੀਮਾ ਸ਼ਹਿਰ 'ਚ ਜਦੋਂ ਸੁਨਾਮੀ ਆਈ ਤਾਂ ਇੱਕ ਜਿਹੜਾ ਪਰਮਾਣੂ ਸ਼ਕਤੀ ਕੇਂਦਰ ਸੀਗਾ ਉਹ ਤਬਾਹ ਹੋਇਆ। ਨਤੀਜੇ ਉਸਦੇ ਬੜੇ ਭਿਆਨਕ ਨਿਕਲੇ। ਹੁਣ ਜਾਪਾਨ ਵਰਗਾ ਵਿਕਸਿਤ ਦੇਸ਼ ਨਹੀਂ ਹੈਂਡਲ ਕਰ ਸਕਿਆ ਤੇ ਬਾਕੀ ਦੇਸ਼ ਕੀ ਹੈਂਡਲ ਕਰਨਗੇ। ਸੋ ਉਹਨਾਂ ਨੇ ਕਿਹਾ ਵੀ ਹੋਰ ਟੈਕਨੋਲੋਜੀ ਲਿਆਈ ਜਾਵੇ। ਯਾਨੀ ਪਰਮਾਣੂ ਟੈਕਨੋਲੋਜੀ ਇੰਨੀ ਖਤਰਨਾਕ ਹੈ ਕਿ ਉਸਦਾ ਜਿਹੜਾ ਉਸਾਰੂ ਇਸਤੇਮਾਲ ਵੀ ਹੈ, ਉਸਦੇ ਵੀ ਭਿਆਨਕ ਸਿੱਟੇ ਨਿਕਲ ਸਕਦੇ। ਬਿਲਕੁਲ। ਕੋਈ ਉਸ ਨੂੰ ਹੈਂਡਲ ਕਰ ਸਕਦਾ, ਕੋਈ ਹੈਂਡਲ ਨਹੀਂ ਕਰ ਸਕਦਾ। ਨਹੀਂ ਕਰ ਸਕਦਾ। ਸੋ ਜਿਹੜੀ ਟੈਕਨੋਲੋਜੀ ਇੰਨੀ ਖਤਰਨਾਕ ਹੋਵੇ ਕਿ ਤੁਸੀਂ ਉਸਦੇ ਵਿੱਚ ਬਿਜਲੀ ਤਿਆਰ ਕਰਨ ਬਾਰੇ ਵੀ ਦੋ ਵਾਰੀ ਸੋਚਦੇ ਹੋ, ਤੇ ਬੰਬ ਬਣਾਉਣਾ, ਹਥਿਆਰ ਬਣਾਉਣ ਦੇ ਬਹੁਤ ਦੂਰ ਦੀਆਂ ਗੱਲਾਂ ਨੇ। ਬਿਲਕੁਲ। ਖਾਸ ਕਰਕੇ ਮੈਂ ਇਹ ਦੇਖਦਾ ਕਿ ਉਸ ਤੇ ਜਿੰਨਾ ਖਰਚਾ ਕਰ ਰਹੇ ਹੈ ਇਹ ਮੁਲਕ, ਜਿੰਨਾ ਉਸ ਤੇ ਜਿੰਨਾ ਬਜਟ ਹੈ, ਅੱਜ ਜੇ ਰੱਖਿਆ ਬਜਟ ਕਹਿ ਲਓ ਕਿ ਜਿੰਨਾ ਰੱਖਿਆ ਬਜਟ ਇਸ ਵੇਲੇ ਦੁਨੀਆ ਦਾ ਇਹਨਾਂ ਮੁਲਕਾਂ ਦੇ ਵੱਲੋਂ ਇਸ ਹਥਿਆਰਾਂ ਦੇ ਜ਼ਖੀਰੇ ਤੇ ਖਰਚਾ ਕੀਤਾ ਜਾ ਰਿਹਾ, ਜਾਂ ਜਿਵੇਂ ਤੁਸੀਂ ਐਟੋਮਿਕ ਜਾਂ ਪਰਮਾਣੂ ਜਾਂ ਨਾਈਟ੍ਰੋਜਨ ਇਹਨਾਂ ਸਾਰਿਆਂ ਤੇ ਕੀਤਾ ਜਾ ਰਿਹਾ, ਉਹ ਇੱਕ ਬਹੁਤ ਵੱਡਾ। ਹੁਣ ਦੂਜੇ ਪਾਸੇ ਨਿਸ਼ਸਤਰੀਕਰਨ ਦੀ ਜਿਹੜੀ ਆ ਉਸ ਦੀ ਮਿਸਾਲ ਦੇਖੋ। ਜੇ ਅਗਰ ਅਸੀਂ ਯੂਰਪ ਦੇ ਵਿੱਚ ਦੇਖੀਏ ਤਾਂ ਸਾਡੇ ਸਾਹਮਣੇ ਸਵਿਟਜ਼ਰਲੈਂਡ ਦੀ ਉਦਾਹਰਨ ਹੈ। ਇਸ ਐਸੀਆਂ ਮਿਸਾਲਾਂ ਵੀ ਮਿਲ ਜਾਂਦੀਆਂ, ਇੱਕ ਦੋ ਹੋਰ ਵੀ ਨੇ, ਜਿਨ੍ਹਾਂ ਨੇ ਇਹ ਤਹੀਆ ਕੀਤਾ ਕਿ ਇਹ ਸਾਡੇ ਵੱਸ ਦਾ ਰੋਗ ਨਹੀਂ, ਅਸੀਂ ਲੋਕਾਂ ਨੂੰ ਰੋਜ਼ੀ ਰੋਟੀ ਜਾਂ ਉਹਨਾਂ ਨੂੰ ਆਪਣਾ ਜਿਹੜਾ ਖਿੱਤੇ ਨੂੰ ਸਭ ਸੁੱਖ ਦੇਣੀ ਹੈ, ਅਸੀਂ ਇਹ ਕੰਮ ਨਹੀਂ ਕਰਨਾ। ਹੁਣ ਫਰਜ਼ ਤੁਹਾਡਾ ਦੁਨੀਆ ਦੇ ਦੇਸ਼ਾਂ ਦਾ ਕਿ ਸਾਡੇ 'ਤੇ ਕੋਈ ਹਮਲਾ ਨਾ ਹੋਵੇ, ਅਤੇ ਯਕੀਨਨ ਤੌਰ 'ਤੇ ਇਹ ਗੱਲ ਪਹਿਲ ਦੇ ਆਧਾਰ 'ਤੇ ਕੀਤੀ ਜਾਂਦੀ ਹੈ ਕਿ ਕਿਸੇ ਮੁਲਕ ਦੀ ਕਿਸੇ ਨਾਲ ਲੜਾਈ ਹੋਵੇ, ਭਾਈ ਇੱਥੇ ਕੋਈ ਬੰਬ ਨਹੀਂ ਸੁੱਟ ਸਕਦਾ, ਇੱਥੇ ਹਥਿਆਰ ਨਹੀਂ ਵਰਤ ਸਕਦਾ, ਇੱਥੇ ਕੋਈ ਇਹਨਾਂ 'ਤੇ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਕਰ ਸਕਦਾ। ਜੇ ਐਗਜ਼ਾਮਪਲ ਨਾ ਹੋਵੇ ਫਿਰ ਤਾਂ ਵੱਖਰੀ ਗੱਲ ਹੈ। ਜੇ ਅੱਜ ਦੁਨੀਆ 'ਤੇ ਉਹ ਦੇਸ਼ ਵੀ ਐਗਜ਼ਿਸਟ ਕਰਦਾ, ਉਦਾਹਰਨ ਵੀ ਐਗਜ਼ਿਸਟ ਕਰਦੀ ਹੈ, ਤੇ ਬਾਕੀਆਂ ਦੀ ਮੱਤ ਕਿਉਂ ਮਾਰੀ ਹੋਈ ਹੈ। ਗੁਰਦਰ ਸਿੰਘ ਜੀ, ਗੱਲ ਸਿੰਪਲ ਜੀ ਸਮਝਣ ਵਾਲੀ ਹੈ, ਇਸ ਦੇ ਪਿੱਛੇ ਰੁਪਈਆ ਕੰਮ ਕਰ ਰਿਹਾ। ਹਾਂ, ਵੇਖੋ ਗੱਲ ਇਸ ਤਰ੍ਹਾਂ, ਜਦੋਂ ਇਰਾਕ 'ਤੇ ਜਦੋਂ ਚੜ੍ਹਾਈ ਹੋਈ, ਇਰਾਕ 'ਤੇ ਚੜ੍ਹਾਈ ਕਰਨ ਤੋਂ ਪਹਿਲਾਂ ਅਮਰੀਕਾ ਨੇ ਦਾਅਵਾ ਕੀਤਾ ਕਿ ਇਰਾਕ ਕੋਲ ਮਾਰੂ ਹਥਿਆਰ ਨੇ ਜੀ। UN ਨੇ ਵੀ ਕਿਹਾ ਕਿ ਅਜੇ ਇਹ ਗੱਲ ਸਿੱਧ ਨਹੀਂ ਹੋਈ, ਥੋੜ੍ਹਾ ਟਾਈਮ ਦਿਓ। ਵੈਪਨ ਇੰਸਪੈਕਟਰ ਗਏ, ਉਹਨਾਂ ਨੇ ਵੀ ਕਿਹਾ ਕਿ ਸਾਨੂੰ ਕੁਝ ਲੱਭਾ ਨਹੀਂਗਾ। ਅਖੀਰ 'ਚ ਕਰਦਿਆਂ ਕਰਦਿਆਂ ਇੱਕ ਸਮਾਂ ਆਇਆ, ਚੜ੍ਹਾਈ ਵੀ ਹੋ ਗਈ, ਤਬਾਹੀ ਵੀ ਹੋ ਗਈ, ਫਿਰ ਮੰਨਿਆ ਗਿਆ ਕਿ ਵਾਕਈ ਮਾਰੂ ਹਥਿਆਰ ਬਰਾਮਦ ਨਹੀਂ ਹੋਏ। ਫਿਰ ਚੜ੍ਹਾਈ ਕਰਨ ਦੀ ਲੋੜ ਕਿਉਂ ਸੀ ਜੀ। ਜਿਹੜੀ ਦਿਲਚਸਪ ਗੱਲ ਹੋਈ ਇਸ ਦੇ ਦੌਰਾਨ ਉਹ ਇਹ ਹੋਈ ਹੈ ਕਿ ਜਿਹੜਾ ਮੀਡੀਆ ਚੀਖ ਚਿਹਾੜਾ ਪਾ ਰਿਹਾ ਸੀ, ਬੁਸ਼ ਨਾਲ ਖੜ ਕੇ ਕਹਿ ਰਿਹਾ ਸੀ ਕਿ ਅਸੀਂ ਸਮਝਦੇ ਇਰਾਕ 'ਤੇ ਚੜ੍ਹਾਈ ਹੋਵੇ, ਉਸੇ ਮੀਡੀਆ ਅਦਾਰੇ ਨੂੰ ਚਲਾਉਣ ਵਾਲੇ ਨਾਲ ਦੀ ਨਾਲ ਹਥਿਆਰ ਵੀ ਤਿਆਰ ਕਰ ਰਹੇ ਸੀਗੇ। ਯਾਨੀ ਇਹੋ ਜਿਹੀਆਂ ਕੰਪਨੀਆਂ, ਬਹੁ ਪੱਖੀ ਕੰਪਨੀਆਂ, ਜਿਨ੍ਹਾਂ ਦਾ ਕੰਮ ਸਿਰਫ ਹਥਿਆਰ ਤਿਆਰ ਕਰਨਾ ਨਹੀਂ ਸੀਗਾ, ਹੋਰ ਵੀ ਬਿਜ਼ਨਸ ਸੀ ਉਹਨਾਂ ਦਾ, ਜਿਹਦੇ ਵਿੱਚ ਮੀਡੀਆ ਅਦਾਰੇ ਵੀ ਸ਼ਾਮਲ ਸੀਗੇ ਜੀ। ਯਾਨੀ ਉਹੀ ਇਨਵੈਸਟਰ ਜਿਹੜੇ ਆ, ਉਹਨਾਂ ਦੇ ਆਪਣੇ ਮੀਡੀਆ ਅਦਾਰੇ ਵੀ ਨੇ, ਉਹਨਾਂ ਦੇ ਆਪਣੀ ਹਥਿਆਰਾਂ ਦੀ ਫੈਕਟਰੀ ਵੀ ਹੈ। ਸੋ ਉਹਨਾਂ ਨੂੰ ਲੱਗਾ ਕਿ ਅਸੀਂ ਆਪਣਾ ਸਮਾਨ ਵੇਚਣਾ। ਬਿਲਕੁਲ। ਅਮਰੀਕਾ ਹੁਣ ਖੁੱਲੀ ਮੰਡੀ ਹੈ। ਹਾਂ। ਤੇ ਇਹ ਜੰਗ ਦੀ ਗੱਲ ਕਰਨ ਤਾਂ ਹੀ ਸਾਡੇ ਹਥਿਆਰ ਵਿਕਣਗੇ। ਬਸ ਜਿੱਥੇ ਆਹ ਵਾਲੇ ਹਿੱਤ ਆ ਜਾਣਗੇ, ਉਹ ਕਿਉਂ ਚਾਹਣਗੇ ਅਮਨ ਸ਼ਾਂਤੀ ਦੀ ਗੱਲ ਹੋਵੇ। ਦੇਖੋ, ਉਹ ਤਾਂ ਚਾਹਣਗੇ ਕਿ ਬੰਦੂਕਾਂ ਹਥਿਆਰ ਤਿਆਰ ਹੋਣ, ਸਾਡਾ ਹਲਵਾ ਮੰਡਾ ਚੱਲਦਾ ਰਹੇ। ਉਹਨਾਂ ਨੂੰ ਇਹੋ ਜਿਹੇ ਲੀਡਰ ਵੀ ਫਿੱਟ ਨੇ ਜਿਹੜੇ ਜੰਗ ਦਾ ਹਊਆ ਖੜਾ ਕਰਕੇ ਵੋਟਾਂ ਬਟੋਰਦੇ ਨੇ। ਬਿਲਕੁਲ। ਸੋ ਉਹਨਾਂ ਲਈ ਬੁਸ਼ ਜਾਂ ਟਰੰਪ ਜਾਂ ਮੋਦੀ ਇਹੋ ਜਿਹੇ ਫਿਗਰ ਬੜੇ ਕਾਮਯਾਬ ਨੇ। ਸੋ ਤੁਸੀਂ ਵੇਖੋ ਕਿ ਉਹਨਾਂ ਲੋਕਾਂ ਦੀ ਬਦੌਲਤ ਦੁਨੀਆ ਭਰ 'ਚ ਡਿਫੈਂਸ ਬਜਟ ਵੱਧਦਾ ਹੀ ਜਾ ਰਿਹਾ। ਬਿਲਕੁਲ।
ਇੱਕ ਪਾਸੇ ਅਸੀਂ ਪਰਮਾਣੂ ਨਿਸ਼ਸਤਰੀਕਰਨ ਦੀ ਗੱਲ ਕਰ ਰਹੇ ਹਾਂ, ਅਮਨ ਸ਼ਾਂਤੀ ਦੀ ਗੱਲ ਕਰ ਰਹੇ ਹਾਂ, ਦੂਜੇ ਪਾਸੇ ਡਿਫੈਂਸ ਬਜਟ ਵੱਧ ਰਿਹਾ। ਬਜਟ ਵਧਣਾ ਚਾਹੀਦਾ ਵਿੱਦਿਆ ਲਈ, ਹਸਪਤਾਲਾਂ ਲਈ, ਉਹ ਕੰਮ ਨਹੀਂ ਹੋ ਰਿਹਾ। ਬਜਟ ਉੱਥੇ ਵਧਾਇਆ ਜਾ ਰਿਹਾ ਜਿਸ ਦੀ ਇਨਸਾਨ ਨੂੰ ਕੋਈ ਲੋੜ ਨਹੀਂ ਤੇ ਇਨਸਾਨ ਦਾ ਨੁਕਸਾਨ ਜਿਸ ਕਾਰਨ ਕਰਕੇ ਹੁੰਦਾ ਹੋਵੇ। ਕੈਨੇਡਾ ਵਰਗਾ ਸ਼ਾਂਤੀ ਜਿਹੜਾ ਪਸੰਦ ਦੇਸ਼ ਆ, ਅਮਨ ਪਸੰਦ ਦੇਸ਼, ਉੱਥੇ ਡਿਫੈਂਸ ਬਜਟ ਵੱਧਦਾ ਜਾ ਰਿਹਾ, ਆਲੋਚਨਾ ਇੱਥੇ ਵੀ ਹੋ ਰਹੀ ਹੈ। ਸੋ ਇਹ ਜਿਹੜੀ ਦਿਲਚਸਪੀ ਵੱਧ ਰਹੀ ਦੁਨੀਆ ਭਰ ਵਿੱਚ ਰੱਖਿਆ ਬਜਟ ਵਧਾਉਣ ਦੀ, ਇਹ ਉਸਦੇ ਸਿੱਟੇ ਨੇ ਔਰ ਉਸਦੇ ਪਿੱਛੇ ਇਹ ਜਿਹੜੀ ਆਰਥਿਕਤਾ ਕੰਮ ਕਰ ਰਹੀ ਹੈ, ਖਾਸ ਕਿਸਮ ਦੀ ਆਰਥਿਕਤਾ, ਕਿ ਮਾਰੂ ਹਥਿਆਰ ਕਿਵੇਂ ਵੇਚਣੇ ਔਰ ਕਿਵੇਂ ਮੰਡੀ ਤਿਆਰ ਕਰਨੀ। ਮੈਨੂੰ ਯਾਦ ਹੈ ਕਿ ਆਰੰਭ ਦੇ ਵਿੱਚ ਜਦੋਂ ਕੈਨੇਡਾ ਦੇ ਵਿੱਚ ਇਹ ਗੱਲ ਦੀ ਚਰਚਾ ਸੁਣੀ ਕਿ ਇਹ ਉਹ ਮੁਲਕ ਹੈ ਜਿੱਥੇ ਫੌਜਾਂ ਵੀ ਸੀਮਿਤ ਨੇ, ਜਿੱਥੇ ਹਥਿਆਰ ਵੀ ਸੀਮਿਤ ਨੇ, ਤਾਂ ਉਸ ਵੇਲੇ ਲੱਗਦਾ ਸੀ ਕਿ ਇਹੋ ਜਿਹੇ ਦੇਸ਼ ਵੀ ਐਡਜਸਟ ਕਰ ਸਕਦੇ ਆ। ਤੇ ਫਿਰ ਇਸ ਤੋਂ ਅੱਗੇ ਉਦਾਹਰਨਾਂ ਜਿਵੇਂ ਸਵਿਟਜ਼ਰਲੈਂਡ ਤੇ ਬਾਕੀ ਜਿੱਥੇ ਉਹ ਨਾਮੋ ਨਿਸ਼ਾਨ ਵੀ ਨਹੀਂ, ਫਿਰ ਵੀ ਉਹ ਐਗਜ਼ਿਸਟ ਕਰਦੇ ਨੇ। ਹੁਣ ਇਸ ਤਰ੍ਹਾਂ ਦਾ ਮਾਹੌਲ ਇੱਥੇ ਵੀ ਜੇ ਕਾਇਮ ਹੁੰਦਾ, ਹੋਰ ਵੀ ਮਾੜੀ ਗੱਲ ਹੈ ਕਿ ਦੇਖੋ ਜੀ ਤਿਆਰੀ ਕਰਕੇ ਰੱਖੋ, ਇਸ ਤਰ੍ਹਾਂ ਦਾ ਕੋਈ ਅਟੈਕ ਨਾ ਕਰ ਦੇਵੇ। ਪਰ ਸਭ ਤੋਂ ਜਿਹੜੀ ਦੁਖਾਂਤ ਵਾਲੀ ਗੱਲ ਹੈ ਉਹ ਹੈ ਕਿ ਮੰਡੀ ਜਿਹੜੀ ਬਣਾ ਕੇ ਵੇਚਿਆ ਜਾ ਰਿਹਾ। ਹੁਣ ਭਾਰਤ ਦੇ ਕੋਲ ਕੁਝ ਪਿਛਲੇ ਸਮੇਂ ਦੌਰਾਨ ਨਵੀਆਂ ਮਿਜ਼ਾਈਲਾਂ ਜਾਂ ਤੋਪਾਂ ਜਾਂ ਹਥਿਆਰ ਆਏ, ਉਹਨਾਂ ਨੂੰ ਹੁਣ ਆਪਣੀਆਂ ਫੈਕਟਰੀਆਂ ਤਿਆਰ ਕਰਕੇ ਇੰਸਟਾਲ ਕਰਨ ਲਈ ਨਵਾਂ ਕੰਮ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਦੇ ਨਾਂ 'ਤੇ ਬਕਾਇਦਾ। ਕਹਿਣ ਦਾ ਭਾਵ ਇਹ ਹੈ ਕਿ ਹੁਣ ਤਿਆਰ ਕਰੋ, ਹਥਿਆਰਾਂ ਦੀ ਦੌੜ ਦੇ ਵਿੱਚ ਇਹੀ ਸਾਡਾ ਵਪਾਰ ਚਲਾਏਗਾ। ਜ਼ਹਿਰ ਵੇਚ ਕੇ ਤੁਸੀਂ ਸ਼ਹਿਦ ਦੀ ਆਸ ਕਰਦੇ ਹੋ ਤਾਂ ਕੀ ਹੋਏਗਾ? ਜੇ ਤੁਸੀਂ ਅੱਜ ਵਪਾਰ ਜਿਨ੍ਹਾਂ ਚੀਜ਼ਾਂ ਦਾ ਕਰਦੇ ਹੋ, ਕੱਲ੍ਹ ਨੂੰ ਅਗਲੀਆਂ ਜਨਰੇਸ਼ਨ ਜਿਹੜੀਆਂ ਹਨ ਉਹਦੇ ਨਤੀਜੇ ਵਜੋਂ ਹੀ ਹੋਣ ਚਾਹੁਣਗੀਆਂ। ਦੇਖੋ, ਤਹਿਲਕਾ ਨੇ ਇੱਕ ਸਕੈਂਡਲ ਕੱਢਿਆ ਸੀਗਾ ਜੀ ਕਿ ਕਿਵੇਂ ਰੱਖਿਆ ਮੰਤਰਾਲੇ ਵਿੱਚ ਭ੍ਰਸ਼ਟਾਚਾਰ ਚੱਲ ਰਿਹਾ, ਕਿਵੇਂ ਵੱਡੇ ਵੱਡੇ ਫੌਜੀ ਅਫਸਰ ਵਿਕੇ ਹੋਏ ਨੇ। ਉਹ ਗੱਲ ਇੱਕ ਆਮ ਭ੍ਰਸ਼ਟਾਚਾਰ ਦੇ ਮਾਮਲੇ ਨਾਲ ਜੋੜ ਕੇ ਵੇਖੀ ਗਈ, ਉੱਥੇ ਸੀਮਤ ਰਹਿ ਗਈ। ਜਦੋਂ ਕਿ ਵੱਡਾ ਮਸਲਾ ਇਹ ਸੀਗਾ ਕਿ ਕਿਵੇਂ ਰੱਖਿਆ ਇੰਡਸਟਰੀ ਹੈ ਇੱਕ ਪੂਰੀ, ਜੀ ਮਾਰੂ ਹਥਿਆਰਾਂ ਦੀ ਇੱਕ ਇੰਡਸਟਰੀ ਹੈ, ਦੇਖੋ ਇੱਕ ਕਾਰੋਬਾਰ ਆ। ਉਸ ਵਿੱਚ ਕਿਸ ਕਿਸਮ ਲੋਕ ਗੰਢੇ ਗਏ ਨੇ, ਕਿਸ ਤਰ੍ਹਾਂ ਲੋਕ ਚਲੇ ਗਏ ਨੇ। ਲੋਕੀ ਉਸ ਨੂੰ ਇਹਨਾਂ ਬਿਆਨਾਂ ਨਾਲ ਮੇਲ ਕੇ ਵੇਖਣ ਕਿ ਪਾਕਿਸਤਾਨ ਤੋਂ ਸਾਨੂੰ ਖਤਰਾ, ਚੀਨ ਤੋਂ ਖਤਰਾ, ਸਾਨੂੰ ਹਥਿਆਰਾਂ ਦੀ ਲੋੜ ਆ। ਇੱਕ ਪੂਰੀ ਇੰਡਸਟਰੀ ਬਣਾ ਦਿੱਤੀ ਗਈ ਜੀ। ਇਸ ਡਿਸਕੋਰਸ ਨੂੰ ਕੰਮ ਬੜਾ ਜਿਹੜਾ ਆਮ ਜਿਹਾ ਕਰਤਾ, ਸੌਖਾ ਕਰਤਾ। ਹੁਣ ਇਜ਼ਰਾਈਲ ਦੀ ਸਾਰੀ ਇਕਨੋਮੀ ਇਸ ਚੀਜ਼ 'ਤੇ ਚੱਲ ਰਹੀ ਹੈ। ਦੇਖੋ ਕਿ ਤੁਸੀਂ ਅੱਜ ਇਜ਼ਰਾਈਲ ਨਾਲ ਸੌਦਾ ਕਰੋ, ਇਜ਼ਰਾਈਲ ਤੁਹਾਨੂੰ ਵਧੀਆ ਜੇਲ੍ਹਾਂ ਬਣਾ ਕੇ ਦੇਊਗਾ, ਇਜ਼ਰਾਈਲ ਤੁਹਾਨੂੰ ਵਧੀਆ ਤਾਰਾਂ ਲਾ ਕੇ ਦੇਊਗਾ ਬਾਰਡਰ 'ਤੇ, ਮਾਰੂ ਹਥਿਆਰਾਂ ਨਾਲ ਜੁੜੀ ਹੋਈ ਟੈਕਨੋਲੋਜੀ ਲਿਆ ਕੇ ਦੇਊਗਾ। ਕਿ ਇਹ ਵਪਾਰ ਦਾ ਹੁਣ ਦ੍ਰਿਸ਼ਟੀਕੋਣ ਹੀ ਬਦਲ ਗਿਆ। ਦੇਖੋ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਮਸਲੇ ਉਹ ਹੱਲ ਕਰ ਲਏ ਜਾਣ ਜਿਹਦੇ ਕਰਕੇ ਜੰਗ ਦੀ ਲੋੜ ਮਹਿਸੂਸ ਹੋ ਰਹੀ ਹੈ? ਬਿਲਕੁਲ, ਜੰਗ ਦੀ ਨੀਅਤ ਖੋਟੀ ਹੈ। ਨੀਅਤ ਖੋਟੀ ਹੈ। ਨਾਲ ਦੀ ਨਾਲ ਜਿਹੜੇ ਉਸ ਖੋਟੀ ਨੀਅਤ ਤੋਂ ਜਿਹੜੇ ਲਾਹਾ ਲੈ ਰਹੇ ਨੇ, ਉਹ ਕਦੇ ਮਸਲਾ ਜਾਣ ਦੇਣਗੇ ਠੰਡੇ ਬਸਤੇ 'ਚ? ਉਹ ਕਦੇ ਵੀ ਨਹੀਂ ਜਾਣ ਦੇਣਗੇ। ਉਹ ਚਾਹਣਗੇ ਵੀ ਇਸ ਤਰ੍ਹਾਂ ਦੇ ਮਸਲੇ ਜਿਹੜੇ ਚੱਲਦੇ ਰਹਿਣ। ਕਸ਼ਮੀਰ ਮਸਲਾ ਹੋਇਆ, ਪਾਕਿਸਤਾਨ ਇੰਡੀਆ ਦਾ ਮਸਲਾ ਹੋਇਆ, ਸਰਹੱਦੀ ਮਸਲੇ ਹੋਏ, ਉਹ ਤਾਂ ਚਾਹਣਗੇ ਬਲਦੀ ਤੇ ਬੜਾ ਤੇਲ ਪਾਈ ਚੱਲੋ, ਕਿਉਂਕਿ ਉਹਨਾਂ ਨੂੰ ਫਾਇਦਾ ਇਸ ਚੀਜ਼ 'ਚ। ਸੋ ਇਹ ਤਾਣਾ ਪੇਟਾ ਜਿਹੜਾ ਸਮਝਣ ਵਾਲਾ। ਪਰ ਇੱਕ ਗੱਲ ਮੈਂ ਸੋਚਦਾ ਕਿ ਦੁਨੀਆ ਦੇ ਜਿੰਨੇ ਅਰਬ ਆਬਾਦੀ ਹੈ ਇਸ ਵੇਲੇ, ਆਮ ਲੋਕਾਂ ਦੇ ਵਿੱਚ ਵੀ ਇਸ ਪ੍ਰਤੀ ਜਾਗਰੂਕਤਾ ਨਹੀਂ। ਇਸ ਗੱਲ ਨੂੰ ਜਦੋਂ ਕਿਸੇ ਵੀ ਮੁਲਕ ਦੇ ਉੱਪਰ ਜਦੋਂ ਫੌਜੀ ਜਿਹੜੇ ਆ ਉਹਨਾਂ ਨੂੰ ਇੱਕ ਵੱਖਰੀ ਨਜ਼ਰ ਤੋਂ ਦੇਖਿਆ ਜਾਂਦਾ, ਠੀਕ ਹੈ ਫੌਜੀ ਦਾ ਸਤਿਕਾਰ ਕਰਨਾ ਬਣਦਾ, ਪਰ ਉਸ ਦੀ ਡੈਫੀਨੇਸ਼ਨ ਹੀ ਬਦਲ ਗਈ ਕਿ ਹਾਂ ਸਰਹੱਦ 'ਤੇ ਫੌਜੀ ਹੋਣੇ ਚਾਹੀਦੇ ਨੇ, ਇਸ ਦੇ ਨਤੀਜੇ ਵਜੋਂ ਹੀ ਅਸੀਂ ਬਚਦੇ ਹਾਂ, ਨਹੀਂ ਤਾਂ ਮਰ ਜਾਵਾਂਗੇ। ਫਿਰ ਇੱਕ ਪਰਿਭਾਸ਼ਾ ਇਹ ਵੀ ਸ਼ੁਰੂ ਹੋ ਗਈ ਕਿ ਇਹ ਸਾਡਾ ਫੌਜੀ ਸ਼ਹੀਦ ਹੈ, ਦੂਸਰਾ ਜਿਹੜਾ ਗਦਾਰ ਹੈ। ਫਿਰ ਇਸ ਤੋਂ ਬਾਅਦ ਇਹ ਆ ਕਿ ਇਹਨੂੰ ਤਕੜੇ ਤੋਂ ਤਕੜੇ ਹਥਿਆਰ ਹੋਣ, ਫਿਰ ਉਹਨਾਂ ਹਥਿਆਰਾਂ ਦੇ ਰਾਹੀਂ ਉਹਨਾਂ ਨੂੰ ਫੌਜਾਂ ਦੇ ਵਿੱਚ ਜਿਹੜੀਆਂ ਲੜਾਈਆਂ ਹੁੰਦੀਆਂ, ਫਿਰ ਉਸ ਤੋਂ ਬਾਅਦ ਜੋ ਹਾਲਾਤ ਬਣਦੇ ਨੇ ਸਾਡੇ ਸਾਹਮਣੇ ਨੇ। ਹੁਣ ਇਸ ਤਰ੍ਹਾਂ ਦੀ ਜਿਹੜੀ ਵੰਡ ਕੀਤੀ ਗਈ ਹੈ, ਜੇਕਰ ਇੱਕ ਅਧਿਆਪਕ ਸਕੂਲ ਦੇ ਵਿੱਚ ਬੱਚੇ ਨੂੰ ਵਿੱਦਿਆ ਦਿੰਦਾ, ਕੀ ਉਹ ਫੌਜੀ ਜਿੰਨਾ ਮਹੱਤਵਪੂਰਨ ਨਹੀਂ? ਜੇ ਇੱਕ ਬੰਦਾ ਕਿਸੇ ਨੂੰ ਆਪਣੇ ਖੇਤ ਦੇ ਵਿੱਚੋਂ ਅੰਨ ਉਗਾ ਕੇ ਉਹਦਾ ਢਿੱਡ ਦਾ ਉਹਦਾ ਭਰਦਾ, ਉਹਨੂੰ ਮਰਨ ਤੋਂ ਬਚਾਉਂਦਾ, ਕੀ ਉਹਦੀ ਉਨੀ ਮਹੱਤਤਾ ਨਹੀਂ ਹੈ? ਜੇ ਇੱਕ ਨਿੱਕਾ ਜਿਹਾ ਕੋਈ ਰੁਜ਼ਗਾਰ ਕਰਕੇ ਉਹਦੇ ਵਿੱਚ ਯੋਗਦਾਨ ਪਾਉਂਦਾ, ਪਰ ਅਸੀਂ ਉਹਨੂੰ ਵਰਗੀਕਰਨ ਕਰ ਲਿਆ। ਅੱਗੇ ਤਾਂ ਅਸੀਂ ਕਹਿੰਦੇ ਸੀ ਕਿ ਜਿਹੜਾ ਕਸ਼ਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਉਹਦਾ ਵਰਗੀਕਰਨ ਹੈ। ਇੱਕ ਨਵਾਂ ਵਰਗੀਕਰਨ ਹੋ ਚੁੱਕਿਆ ਦੁਨੀਆ 'ਚ। ਦੇਖੋ, ਜਿਹੜੇ ਲੋਕ ਫੌਜ ਨੂੰ ਸਮਝਦੇ ਨੇ ਕਿ ਪਵਿੱਤਰ ਗਾਂ ਆ, ਇਸ ਨੂੰ ਕੁਝ ਕਹਿਣਾ ਨਹੀਂ ਗਾ, ਦਰਅਸਲ ਉਹ ਤਾਂ ਇੱਕ ਰਾਸ਼ਟਰਵਾਦ ਦੇ ਨਾਂ 'ਤੇ ਚਲਾਈ ਹੋਈ ਪੋਲੀਟਿਕਸ ਆ, ਉਸਦਾ ਇੱਕ ਸਿੱਟਾ ਹੀ ਹੈ ਜੀ, ਉਸਦਾ ਲੱਛਣ ਆ। ਕਿਉਂਕਿ ਪੋਲੀਟੀਸ਼ੀਅਨ ਤਾਂ ਚਾਹੁੰਦੇ ਨੇ ਕਿ ਇਹੋ ਜਿਹੀ ਗੱਲ ਕਰੋ। ਹੁਣ ਜਿਹੜੇ ਫੌਜੀ ਨੇ, ਜਦੋਂ ਫੌਜ ਜਾਂ ਰੱਖਿਆ ਮਹਿਕਮੇ 'ਚ ਕੋਈ ਭ੍ਰਸ਼ਟਾਚਾਰ ਦਾ ਮਾਮਲਾ ਆਉਂਦਾ ਤੇ ਛੇਤੀ ਕਿਤੇ ਮੀਡੀਆ ਉਸ ਨੂੰ ਖਬਰ ਨੂੰ ਹਾਈਲਾਈਟ ਨਹੀਂ ਕਰੂਗਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਵੀ ਇਹ ਆਫੀਸ਼ੀਅਲ ਸੀਕ੍ਰੇਟ ਐਕਟ ਇੱਕ ਵੱਖਰਾ ਬਣਿਆ ਹੋਇਆ, ਨੈਸ਼ਨਲ ਸਿਕਿਉਰਿਟੀ ਦਾ ਮਸਲਾ, ਨੈਸ਼ਨਲਿਜ਼ਮ ਦਾ ਮਸਲਾ। ਸੋ ਕਈ ਨਾ ਕਈ ਗੜਬੜਾਂ ਇਸ ਤਰ੍ਹਾਂ ਦੀਆਂ ਨੇ। ਸੋ ਇਹ ਮੰਨ ਕੇ ਚੱਲਦੇ ਨੇ ਕਿ ਫੌਜੀ ਜਿਹੜਾ ਉਹ ਜਾਨ ਵਾਰਦਾ। ਠੀਕ ਹੈ, ਫੌਜੀ ਜਾਨ ਵਾਰਦਾ, ਪਰ ਫੌਜੀ ਆਖਰ ਉਹ ਵੀ ਇਨਸਾਨ ਹੈ, ਮੁਆਸ਼ਰੇ ਦਾ ਹਿੱਸਾ ਹੈ।
ਇਸ ਗੱਲ ਦੀ ਗਾਰੰਟੀ ਨਹੀਂ ਨਾ ਕਿ ਲੈ ਸਕਦੇ ਕਿ ਵੀ ਉਹ ਸਦਾ ਹੀ ਮਤਲਬ ਸੱਚ ਪੁੱਤਰ ਨਾਲ ਉਹ ਰਹੂਗਾ। ਜੌਬ ਹੈ, ਇੱਕ ਉਹਦੀ ਨੌਕਰੀ ਵੀ ਹੈ ਤੇ ਉਹ ਕਿੱਤਾ ਵੀ ਹੈ। ਹੁਣ ਕੁਝ ਦਿਨ ਪਹਿਲਾਂ ਇੱਕ ਮਿਸਾਲ ਮੈਂ ਦੇਣੀ ਚਾਹੁੰਦਾ ਇੱਥੇ, ਉਹ ਇਹ ਸੀ ਕਿ ਜਦੋਂ ਸੋਮਵਾਰ ਨੂੰ ਰੱਖੜੀ ਸੀ, ਜੀ ਭਾਰਤ 'ਚ ਜਿਹੜੀ ਖਾਂਦੀ ਪੀਂਦੀ ਮਿਡਲ ਕਲਾਸ ਹੈ, ਜਿਸ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਸ਼ਮੀਰ 'ਚ ਫੌਜੀ ਕੀ ਕਰ ਰਹੇ ਕੀ ਨਹੀਂ ਕਰ ਰਹੇ, ਜਾਂ ਉਹਨਾਂ ਵੱਲੋਂ ਜ਼ੁਲਮ ਵੀ ਹੋ ਰਿਹਾ ਜਾਂ ਨਹੀਂ ਹੋ ਰਿਹਾ, ਬੜੀ ਬੇਸ਼ਰਮੀ ਨਾਲ ਉਹਨਾਂ ਨੇ ਇਹੋ ਜਿਹੇ ਬਿਆਨ ਦਿੱਤੇ ਕਿ ਅਸੀਂ ਆਪਣੇ ਫੌਜੀ ਭਰਾਵਾਂ ਨੂੰ ਰੱਖੜੀਆਂ ਭੇਜਾਂਗੇ, ਜਮ ਭੇਜੋ ਰੱਖੜੀਆਂ ਉਹਨਾਂ ਨੂੰ, ਪਰ ਨਾਲ ਭਰਾਵਾਂ ਨੂੰ ਪੁੱਛ ਲਓ ਕਿ ਤੁਸੀਂ ਦੂਜੇ ਉਸ ਕਸ਼ਮੀਰੀ ਭਾਈਚਾਰੇ ਦੀ ਭੈਣਾਂ ਨਾਲ ਕੀ ਕਰ ਰਹੇ ਹੋ। ਇਹਦੀ ਜਵਾਬਦੇਹੀ ਕੌਣ ਲਊਗਾ ਉਹਨਾਂ ਤੋਂ। ਜਿਹੜੀ ਇਹ ਅੰਨੀ ਦੇਸ਼ ਭਗਤੀ ਹੈ, ਇਸ ਨੇ ਬਹੁਤ ਨੁਕਸਾਨ ਕੀਤਾ। ਬਜਾਏ ਅਸੀਂ ਸਵਾਲ ਕਰੀਏ, ਅਸੀਂ ਪੁੱਛੀਏ ਡਿਫੈਂਸ ਬਜਟ ਦੇ ਉੱਤੇ ਜਾਂ ਕਿਸ ਤਰ੍ਹਾਂ ਵੱਡੀਆਂ ਵੱਡੀਆਂ ਸ਼ਾਰਕ ਮੱਛੀਆਂ ਜਿਹੜੀਆਂ ਮਾਰੂ ਹਥਿਆਰ ਤਿਆਰ ਕਰ ਰਹੀਆਂ ਨੇ ਉਹਨਾਂ ਦਾ ਕੀ ਸੰਬੰਧ ਹੈ ਸਾਡੇ ਸਿਆਸਤਦਾਨਾਂ ਦੇ ਨਾਲ, ਇਸ ਕਿਸਮ ਦੀ ਬਹਿਸ ਤੋਂ ਅਸੀਂ ਭੱਜ ਰਹੇ ਹਾਂ ਔਰ ਬੜੀਆਂ ਘਟੀਆ ਕਿਸਮ ਦੀਆਂ ਗੱਲਾਂ ਅਸੀਂ ਕਰ ਰਹੇ ਹਾਂ। ਸੋ ਇਸ ਕਰਕੇ ਉਹ ਜਿਹੜਾ ਉਹਨਾਂ ਨੂੰ ਭੂਏ ਚੜਾ ਦਿੱਤਾ ਗਿਆ ਫੌਜੀਆਂ ਨੂੰ, ਉਸ ਗੱਲ ਦੀ ਕੋਈ ਸੈਂਸ ਨਹੀਂ ਬਣਦੀ। ਨਾਲੇ ਫੌਜੀ ਜਦੋਂ ਤੁਸੀਂ ਜਿਵੇਂ ਸਹੀ ਫਰਮਾਇਆ ਕਿ ਦੋ ਮੁਲਕਾਂ ਦੇ ਵਿੱਚ ਲੜਾਈ ਹੁੰਦੀ ਹੈ, ਜੇ ਇਸ ਪਾਸੇ ਦਾ ਫੌਜੀ ਦ੍ਰਿੜਤਾ ਨਾਲ ਲੜਾਈ ਲੜ ਰਿਹਾ, ਦੂਜਾ ਵੀ ਮਾਫ ਕਰਨਾ ਲੜ ਰਿਹਾ, ਹਾਂ ਸਤਿਕਾਰ ਉਹਦਾ ਵੀ ਉਨਾ ਹੀ ਹੈ। ਬਿਲਕੁਲ। ਸੋ ਇਹ ਇਨਸਾਨੀ ਦੇ ਤੌਰ ਤੇ ਤੁਹਾਡਾ ਸੋਚਣ ਦਾ ਫਰਜ਼ ਬਣਦਾ, ਪਰ ਸਾਨੂੰ ਇਹ ਸਾਰੀਆਂ ਗੱਲਾਂ ਸੋਚਣ ਤੋਂ ਵਾਂਝੇ ਰੱਖਿਆ ਜਾ ਰਿਹਾ। ਸਾਨੂੰ ਇੱਕ ਰਾਸ਼ਟਰਵਾਦ ਇੱਕ ਥਾਲ 'ਚ ਪਰੋਸ ਕੇ ਦਿੱਤਾ ਜਾ ਰਿਹਾ ਔਰ ਆਸ ਕੀਤੀ ਜਾ ਰਹੀ ਕਿ ਅਸੀਂ ਉਹਨੂੰ ਘੋਟਾ ਲਾ ਕੇ ਪੀ ਜਾਈਏ, ਔਰ ਇਹੀ ਹੋ ਰਿਹਾ, ਜਿਹਦੇ ਕਰਕੇ ਸਵਾਲ ਉੱਠਣ ਦੀ ਥਾਂ ਤੇ ਅਸੀਂ ਉਹ ਕਰ ਰਹੇ ਹਾਂ ਜੋ ਸਾਡੇ ਸਿਆਸੀ ਆਕਾ ਚਾਹੁੰਦੇ ਨੇ। ਜਦੋਂ ਅਗਸਤ 5 ਨੂੰ 6 ਨੂੰ ਜਿਹੜਾ ਇਹ ਹਮਲਾ ਹੋਇਆ, ਜਿਸ ਹਮਲੇ ਨੂੰ ਹੀਰੋਸ਼ੀਮਾ ਨੇ ਤਬਾਹ ਕੀਤਾ, ਹੀਰੋਸ਼ੀਮਾ ਨੂੰ ਤਬਾਹ ਕੀਤਾ, ਫਿਰ ਨਾਗਾਸਾਕੀ ਨੂੰ ਤਬਾਹ ਕੀਤਾ, ਉਸ ਤੋਂ ਬਾਅਦ ਦੁਨੀਆ ਦੇ ਇਤਿਹਾਸ ਵਿੱਚ ਵਾਰ-ਵਾਰ ਇਸ ਤਰ੍ਹਾਂ ਦੇ ਬੰਬ ਚਲਾਏ ਗਏ, ਮੁਲਕਾਂ ਦੀਆਂ ਸਰਹੱਦਾਂ 'ਤੇ ਚੱਲੇ। ਉਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਤਾਂ 2 ਲੱਖ ਦੀ ਗਿਣਤੀ ਜਿਹੜੀ ਉਦੋਂ ਦੱਸੀ ਜਾਂਦੀ ਹੈ, ਜਿਸ ਤਰ੍ਹਾਂ ਦੀ ਤਬਾਹੀ ਹੋਈ, ਬਹੁਤ ਜ਼ਿਆਦਾ ਬਰਬਰਤਾ ਸੀ। ਪਰ ਉਸ ਤੋਂ ਬਾਅਦ ਇਹ ਗਿਣਤੀ 2-4 ਲੱਖ ਨਹੀਂ, ਇਹ ਅਨੇਕਾਂ ਪੱਧਰ 'ਤੇ ਜਿਹੜੀ ਹੈ ਵਧੀ ਹੈ, ਅਤੇ ਉਹਨਾਂ ਮੁਲਕਾਂ ਦਾ ਕਈ ਵਾਰੀ ਜ਼ਿਕਰ ਵੀ ਨਹੀਂ ਆਉਂਦਾ, ਵੇਰਵੇ ਵੀ ਨਹੀਂ ਆਉਂਦੇ, ਅਤੇ ਡੇਲੀ ਰੂਟੀਨ 'ਚ ਹੀ ਹੋ ਰਿਹਾ, ਲਗਾਤਾਰ ਇੱਕ ਜੀਵਨ ਦਾ ਹਿੱਸਾ ਹੀ ਬਣ ਗਿਆ ਕਿ ਬੰਬ ਚੱਲਣਗੇ, ਅੰਦਰ ਇਨਸਾਈਡ ਆਊਟਸਾਈਡ, ਦੇਸ਼ ਦੀ ਅੰਦਰੂਨੀ ਸੁਰੱਖਿਆ, ਬਾਹਰੀ ਖਤਰੇ, ਹਮਲੇ, ਇਹ ਸਾਰਾ ਸਿਲਸਿਲਾ ਲਗਾਤਾਰ ਚੱਲ ਰਿਹਾ। ਅਤੇ ਕਿੰਨੀਆਂ ਜਾਨਾਂ, ਕਿੰਨੀ ਤਬਾਹੀ, ਕਿੰਨੀ ਬਰਬਾਦੀ। ਇਹਦਾ ਮਤਲਬ ਕੋਈ ਇਸ ਦਾ ਅੰਤ ਜਦੋਂ ਤੱਕ ਮਨੁੱਖ ਨੇ ਨਾ ਸੋਚਿਆ, ਜੇ ਇਹਦਾ ਹੱਲ ਨਾ ਕੱਢਿਆ, ਤਾਂ ਫਿਰ ਆਪਣੇ ਆਪ ਹੀ ਇਹ ਜਿਹੜੀ ਉਹੀ ਰਸੂਲ ਹਮਜ਼ ਤੋਂ ਮੇਰਾ ਦਾਗਿਸਤਾਨ 'ਚ ਲਿਖਦਾ ਹੈ, ਬੜਾ ਕਮਾਲ ਦਾ ਲਿਖਦਾ ਹੈ ਕਿ ਸਿਆਣੇ ਇਨਸਾਨ ਦੇ ਹੱਥ ਦੇ ਵਿੱਚ ਜ਼ਹਿਰ ਵੀ ਕਿਸੇ ਕੰਮ ਆਉਂਦੀ ਹੈ, ਪਰ ਮੂਰਖ ਇਨਸਾਨ ਸ਼ਹਿਦ ਨੂੰ ਵੀ ਜ਼ਹਿਰ ਬਣਾ ਲੈਂਦਾ। ਅਤੇ ਅਖੀਰ ਨੂੰ ਇਹ ਮੂਰਖ ਇਨਸਾਨ ਨੇ ਜਿਹੜਾ ਆਪੇ ਹੀ ਆਪਣੀ ਤਬਾਹੀ ਕਰਕੇ ਇਸ ਦਾ ਘੁੱਗ ਵਸਦਾ ਸੰਸਾਰ ਜਿਹੜਾ ਬਰਬਾਦ ਕਰ ਦੇਣਾ। ਗੁਰਿੰਦਰ ਸਿੰਘ ਜੀ, ਜਿਹੜਾ ਤੁਸੀਂ ਹੁਣੇ ਸਵਾਲ ਪਹਿਲਾਂ ਕੀਤਾ ਸੀਗਾ ਕਿ ਫੌਜੀਆਂ ਦੀ ਬਾਬਤ, ਜੀ ਉਸ ਸਵਾਲ ਦੇ ਜਵਾਬ ਨੂੰ ਕੰਟੀਨਿਊ ਕਰਦੇ ਹੋਏ ਮੈਂ ਇਸ ਸਵਾਲ ਦਾ ਜਵਾਬ ਦੇਣਾ ਚਾਹੂੰਗਾ ਕਿ ਦੇਖੋ, ਜਦੋਂ ਫੌਜੀ ਸਰਹੱਦ 'ਤੇ ਜਦੋਂ ਦੁਸ਼ਮਣ ਨਾਲ ਲੜਦਿਆਂ ਮਰਦਾ, ਜੀ ਉਹਨੂੰ ਅਸੀਂ ਸ਼ਹੀਦ ਵੀ ਮੰਨਦੇ ਹਾਂ, ਅਸੀਂ ਬੜਾ ਕੁਝ ਆਦਰ ਮਾਣ ਦਿੰਦੇ ਹਾਂ, ਪਰ ਜਦੋਂ ਫੌਜੀ ਰੂਟੀਨ 'ਚ ਮਰਦੇ ਨੇ ਉੱਥੇ ਬਿਮਾਰੀ ਨਾਲ, ਖੁਰਾਕ ਨਹੀਂ ਪੂਰੀ ਮਿਲ ਰਹੀ ਜਾਂ ਮਾਨਸਿਕ ਤਣਾਅ ਦੇ ਚੱਲਦਿਆਂ, ਹੋਰ ਅਨੇਕਾਂ ਕਾਰਨਾਂ ਕਰਕੇ, ਔਰ ਕਈ ਵਾਰੀ ਉਹਨਾਂ ਦੀ ਮੌਤਾਂ ਇਹਨਾਂ ਹਾਲਾਤਾਂ ਵਿੱਚ ਸਰਹੱਦਾਂ ਨਾਲੋਂ ਵੱਧ ਹੁੰਦੀਆਂ, ਬਿਲਕੁਲ, ਉਦੋਂ ਸਮਾਜ 'ਚ ਕੋਈ ਸਵਾਲ ਨਹੀਂ ਉੱਠਦਾ, ਕੋਈ ਚੁੱਪੀ ਛਾਈ ਹੁੰਦੀ। ਫਿਰ ਜਿਹੜੇ ਫੌਜੀਆਂ ਉੱਥੋਂ ਸ਼ਹਿਰੀ ਮਰ ਰਹੇ, ਉਹ ਤਾਂ ਗੱਲ ਹੀ ਛੱਡ ਦਿਓ, ਕੋਈ ਮਤਲਬ ਨਹੀਂ, ਠੀਕ ਹੈ ਨਾ। ਸੋ ਕਹਾਣੀ ਇੱਥੇ ਖੜੀ ਹੈ ਕਿ ਜਦੋਂ ਦੁਸ਼ਮਣ ਹੱਥੋਂ ਮਰ ਗਿਆ ਤੇ ਫਿਰ ਤਾਂ ਬਹੁਤ ਮਹਾਨ ਸ਼ਹੀਦ ਬਣ ਗਿਆ, ਪਰ ਜਦੋਂ ਤੁਹਾਡੇ ਦੇਸ਼ ਦੀ ਸਰਕਾਰ ਦੀ ਪਾਲਿਸੀਆਂ ਕਰਕੇ ਉਹ ਮਰ ਰਿਹਾ ਹੈ, ਉਦੋਂ ਸਰਕਾਰ ਨੂੰ ਅਸੀਂ ਕੁਝ ਨਹੀਂ ਕਹਿ ਰਹੇ, ਜਵਾਬਦੇਹ ਨਹੀਂ ਬਣਾ ਰਹੇ। ਇਹ ਵਚਿੱਤਰ ਸਵਾਲ ਆ। ਇੱਥੇ ਸਮਾਜ ਦੀ ਆਪਣੀ ਜਿਹੜੀ ਹੈ ਦੂਰਅੰਦੇਸ਼ੀ ਦੀ ਘਾਟ ਨਜ਼ਰ ਆ ਰਹੀ ਇਸ ਵਿੱਚੋਂ। ਸਮਾਜ ਕਸੂਰਵਾਰ ਹੈ ਇਸ ਸਾਰੇ ਮਾਹੌਲ ਲਈ, ਉਹਦਾ ਲੀਡਰ ਸਾਹਿਬਾਨ ਫਾਇਦਾ ਲੈ ਰਹੇ ਉਸ ਚੀਜ਼ ਦਾ। ਤਾਂ ਉਹਨਾਂ ਦੀ ਤਾਂ ਮੌਜਾਂ ਨੇ ਕਿ ਉਹ ਜੰਗ ਦਾ ਮਾਹੌਲ ਹੋਵੇ, ਦੁਸ਼ਮਣ ਖੜਾ ਕਰ ਦਿਓ, ਦੁਸ਼ਮਣ ਦੇ ਖਿਲਾਫ ਇੱਕ ਵਰਤਾਰਾ ਖੜਾ ਕਰ ਦਿਓ, ਉਸ ਤੋਂ ਬਾਅਦ ਜੰਗ ਦਾ ਮਾਹੌਲ ਬਣਾ ਕੇ ਤੇ ਜਿਹੜਾ ਡਿਫੈਂਸ ਟੈਕਨੋਲੋਜੀ ਵਾਲਿਆਂ ਨੂੰ ਫਾਇਦਾ ਪਹੁੰਚਾਓ। ਸੋ ਜਦੋਂ ਤੱਕ ਲੋਕ ਇਸ 'ਤੇ ਸਵਾਲ ਨਹੀਂ ਕਰਨਗੇ, ਸਮੱਸਿਆਵਾਂ ਇੱਦਾਂ ਹੀ ਰਹਿਣਗੀਆਂ। ਜੀ ਜੀ, ਅਫਸੋਸ ਦੀ ਗੱਲ ਕਿ ਜਿੱਦਾਂ ਸਮਾਜ ਬਣ ਰਿਹਾ, ਰਾਈਟ ਵਿੰਗ ਤਾਕਤਾਂ, ਸੱਜੇ ਪੱਖੀ ਤਾਕਤਾਂ ਜਿਹੜੀ ਜੰਗ ਦੇ ਉੱਤੇ ਅੱਡੀਆਂ ਚੁੱਕ ਚੁੱਕ ਕੇ ਗੱਲਾਂ ਕਰਦੀਆਂ ਨੇ, ਉਹ ਭਾਰੂ ਹੋ ਰਹੀਆਂ ਜੀ ਸੰਸਾਰ ਭਰ ਦੇ ਵਿੱਚ। ਜੀ ਜੀ, ਚਾਹੇ ਉਹ ਡੋਨਲਡ ਟਰੰਪ ਹੈ, ਚਾਹੇ ਮੋਦੀ ਹੈ, ਔਰ ਇਸ ਤੋਂ ਇਲਾਵਾ ਜਿਹੜੀ ਦੂਜੀਆਂ ਪਾਰਟੀਆਂ ਨੇ ਜਿਹੜੀਆਂ ਇੰਨੀਆਂ ਸੱਜੇ ਪੱਖੀ ਨਹੀਂ ਵੀ, ਰਾਸ਼ਟਰਵਾਦ ਦੇ ਨਾਂ 'ਤੇ ਉਹ ਵੀ ਇਹੀ ਕੁਝ ਕਰਦੀਆਂ ਆਈਆਂ, ਰੋਟੀਆਂ ਸੇਕਦੀਆਂ ਰਹੀਆਂ। ਸੋ ਇਸ ਕਰਕੇ ਮਾਹੌਲ ਦੁਨੀਆ ਦਾ ਵਿਗੜਦਾ ਜਾ ਰਿਹਾ। ਪਰਮਾਣੂ ਨਿਸ਼ਸਤਰੀਕਰਨ ਜਾਂ ਹਥਿਆਰਾਂ ਦੀ ਦੌੜ ਤੋਂ ਬਾਹਰ ਸਮਾਜ ਨੂੰ ਕੱਢਣਾ, ਉਹ ਸਵਾਲ ਬੜੇ ਅਰਸ ਗਵਾ ਦੇ ਚੁੱਕੇ ਨੇ, ਕਿਧਰੇ ਹਾਸ਼ੀਏ 'ਤੇ ਧੱਕੀ ਗਈ ਉਹ ਸਾਰੀ ਮੂਵਮੈਂਟ। ਇਹ ਬਹੁਤ ਵੱਡਾ ਦੁਖਾਂਤ ਹੈ। ਮੈਨੂੰ ਲੱਗਦਾ ਹੈ ਕਿ ਕੁਝ ਇੱਕ ਜਿਹੜੇ ਚੇਤਨਾ ਪੱਧਰ ਦੇ ਜੇ ਪੋਲੀਟੀਸ਼ੀਅਨ ਜਾਂ ਕੁਝ ਦੇਸ਼ਾਂ ਦੇ ਆਗੂ ਆਉਣਗੇ, ਉਹਨਾਂ ਦੇ ਸ਼ਬਦ ਜਿਹੜੇ ਆ, ਉਹਨਾਂ ਦੇ ਵਿਚਾਰ ਚੰਗੇ ਹੋ ਸਕਦੇ ਆ ਜੇਕਰ ਇਸ ਪਾਸੇ ਵੱਲ ਨੂੰ ਕਿਤੇ ਦੁਨੀਆ ਦਾ ਰੁਝਾਨ ਚੱਲੇ। ਪਿੱਛੇ ਜੇ ਧਿਆਨ ਵਿੱਚ ਆਇਆ ਕਿ ਜਦੋਂ ਦੇਸ਼ ਦਾ ਮੁਖੀ ਪ੍ਰਧਾਨ ਮੰਤਰੀ ਕੋਈ ਇਹ ਬਿਆਨ ਦਿੰਦਾ ਕਿ ਮੈਂ ਜੰਗ ਨਹੀਂ ਕਰ ਸਕਦਾ,
ਮੇਰਾ ਮੁਲਕ ਅਫੋਰਡ ਨਹੀਂ ਕਰ ਸਕਦਾ, ਮੇਰੇ ਮੁਲਕ 'ਚ ਗੁਰਬਤ ਨਾਲ ਲੋਕ ਮਰ ਰਹੇ ਨੇ, ਮੈਂ ਇਸ ਨੂੰ ਲਗਾਤਾਰਤਾ ਦੇ ਵਿੱਚ ਨਹੀਂ ਲੈ ਸਕਦਾ, ਤੇ ਇੱਕ ਸਿਆਣਪ ਦਾ ਪ੍ਰਤੀਕ ਹੁੰਦਾ। ਦੂਸਰੇ ਨੂੰ ਵੀ ਇਹ ਕਹਿਣਾ ਕਿ ਤੂੰ ਵੀ ਭਾਈ ਗੁਆਂਢੀ ਆ, ਤੇਰੀ ਮੱਤ ਕਿਉਂ ਮਾਰੀ ਆ, ਤੂੰ ਵੀ ਬੰਦ ਕਰ, ਮੈਂ ਵੀ ਬੰਦ ਕਰਾਂ, ਆਪਾਂ ਇਸ ਦੇ ਵਿੱਚ ਕਿਉਂ ਤਬਾਹੀ ਕਰ ਰਹੇ ਹਾਂ, ਇਹਦੇ 'ਚ ਕਿਸੇ ਦਾ ਭਲਾ ਨਹੀਂ। ਇਹੋ ਜਿਹੀ ਆਵਾਜ਼ ਹੋਣੀ ਚਾਹੀਦੀ ਹੈ। ਬਿਲਕੁਲ ਇਹੋ ਜਿਹੇ ਲੀਡਰਾਂ ਦੀ ਲੋੜ ਹੈ ਅੱਜ ਗੁਰਵਿੰਦਰ ਸਿੰਘ ਜੀ, ਇਹੋ ਜਿਹੇ ਲੀਡਰ ਦੀ ਲੋੜ ਹੈ। ਪਰ ਮੈਨੂੰ ਲੱਗਦਾ ਜਿਵੇਂ ਹੁਣ ਕੈਨੇਡਾ ਵਿੱਚ ਇੱਕ ਵਧੀਆ ਮਿਸਾਲ ਹੈ, ਕੈਨੇਡਾ ਦੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹਨਾਂ ਨੇ ਕਈ ਚੰਗੀਆਂ ਮਿਸਾਲਾਂ ਕਾਇਮ ਕੀਤੀਆਂ, ਪਰ ਜਦੋਂ ਅਸੀਂ ਵੇਖਦੇ ਹਾਂ ਕਿ ਡਿਫੈਂਸ ਬਜਟ ਉਹਨਾਂ ਦੀ ਅਗਵਾਈ ਵਿੱਚ ਵੀ ਵੱਧ ਰਿਹਾ, ਤਾਂ ਫਿਰ ਸ਼ੰਕਾਵਾਂ ਹੁੰਦੀਆਂ ਕਿ ਜਿਹੜੇ ਦੂਜੇ ਜਿਹੜੇ ਹੋਰ ਜ਼ਿਆਦਾ ਸੱਜੇ ਪੱਖੀ ਨੇ ਉਹਨਾਂ ਤੋਂ ਅਸੀਂ ਕੀ ਆਸ ਕਰਾਂਗੇ। ਸੋ ਇਹ ਦੁਖਾਂਤ ਹੈ, ਇਸ ਕਿਸਮ ਦਾ ਮਾਹੌਲ ਜਿਹੜਾ ਬਣ ਰਿਹਾ, ਡਿਫੈਂਸ ਇੰਡਸਟਰੀ ਭਾਰੂ ਹੋ ਰਹੀ ਹੈ, ਔਰ ਡਿਫੈਂਸ ਇੰਡਸਟਰੀ ਦੇ ਚੱਲਦਿਆਂ ਜਿਹੜੇ ਇਸ ਤਰ੍ਹਾਂ ਦੇ ਮਸਲੇ ਉੱਠ ਰਹੇ ਨੇ ਜਿਨ੍ਹਾਂ ਦਾ ਹੱਲ ਕਰਨ ਦੀ ਥਾਂ ਤੇ ਅਸੀਂ ਹੋਰ ਉਹਨਾਂ ਨੂੰ ਉਲਝਾ ਰਹੇ ਹਾਂ। ਸੋ ਲੱਗਦਾ ਕਿ ਹੱਲ ਨਜ਼ਰ ਨਹੀਂ ਆ ਰਿਹਾ। ਜੀ ਜੀ, ਹਾਲਾਤ ਘੱਟੋ ਘੱਟ ਇਹੋ ਜਿਹੇ ਨੇ, ਪਰ ਚੇਤਨਾ ਪੱਧਰ ਤੇ ਜਿਹੜੇ ਲੋਕ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਵਧਾਈ ਦੇ ਪਾਤਰ ਨੇ। ਹਾਲਾਂਕਿ ਉਹਨਾਂ ਦੀ ਤਾਕਤ ਬੜੀ ਸੀਮਤ ਹੈ ਜੀ, ਪਰ ਉਹਨਾਂ ਦੀ ਵੀ ਦ੍ਰਿੜਤਾ। ਬਿਲਕੁਲ ਜੀ। ਹੁਣ ਉਹਦੇ 'ਚ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਹੋ ਸਕਦੀਆਂ। ਸਾਡੇ ਇੱਥੇ BC ਇਲਾਕੇ ਦੀ ਮਿਸਾਲ ਹੈ, ਇੱਥੇ ਇੱਕ ਹੋਣਹਾਰ ਟੀਚਰ ਹੈ ਸੂਜ਼ਨ ਰੋਜ਼ਿਕ ਜੀ, ਜਿਹੜੀ ਕਿ ਉਸਨੇ ਇੱਕ ਮੁਹਿੰਮ ਚਲਾਈ ਕਿ ਜਿਹੜੇ ਬੱਚੇ ਨੇ ਸਕੂਲਾਂ 'ਚ ਪੜ੍ਹਦੇ ਆ ਉਹ ਹਿੰਸਕ ਖਿਡੌਣੇ ਨਾ ਖੇਡਣ। ਸੋ ਉਹ ਕੀ ਕਰਦੀ, ਖਿਡੌਣੇ ਇਕੱਠੇ ਕਰ ਲੈਂਦੀ, ਹਿੰਸਕ ਖਿਡੌਣੇ, ਪਿਸਤੌਲ, ਚਾਕੂ, ਜੋ ਵੀ ਆ, ਉਸਨੂੰ ਉਹਨੂੰ ਫਿਰ ਇੱਕ ਕਲਾ ਦੇ ਕਿਸੇ ਬਿੰਬ ਵਿੱਚ ਤਬਦੀਲ ਕਰ ਲੈਂਦੇ ਤਾਂ ਜੋ ਸੁਨੇਹਾ ਜਾਵੇ ਕਿ ਬੱਚੇ ਹਿੰਸਕ ਖਿਡੌਣੇ ਤੋਂ ਦੂਰ ਰਹਿਣ। ਬਿਲਕੁਲ ਉਹੋ ਜਿਹੀਆਂ ਕੋਸ਼ਿਸ਼ਾਂ ਹੋ ਰਹੀਆਂ, ਪਰ ਮੈਂ ਸੋਚਦਾ ਕਈ ਵਾਰੀ ਉਹ ਉਸੇ ਮਾਸੂਮ ਦੇ ਦਾਇਰੇ 'ਚ ਰਹਿ ਜਾਂਦੀਆਂ ਸੀ, ਜਿਹੜੀ ਕਹਿੰਦੇ ਕਿ ਸੀਮਤ ਦਾਇਰੇ 'ਚ। ਬਿਲਕੁਲ, ਉਹ ਜੇ ਸਟੇਟ ਲੈਵਲ ਤੱਕ ਜਾਵੇ, ਸਰਕਾਰ ਤੱਕ ਗੱਲ ਪਹੁੰਚੇ, ਸਰਕਾਰਾਂ ਉਸ 'ਤੇ ਗੌਰ ਕਰਨ ਜੀ, ਫਿਰ ਗੱਲ ਕਿਸੇ ਪਾਸੇ ਲੱਗੂਗੀ। ਪੰਜਾਬੀ 'ਚ ਖਾਣਾ ਹੈ ਕਿ ਡੁੱਬੀ ਤਦੇ ਜੇ ਸਾਹ ਨਾ ਆਇਆ। ਸਮੱਸਿਆ ਤਾਂ ਇਹ ਹੈ ਕਿ ਇਹ ਸਰਕਾਰਾਂ ਹੀ ਖੁਦ ਕਰ ਰਹੀਆਂ ਨੇ ਆਪਣੇ ਆਰਥਿਕ ਮੁਫਾਦ ਦੇ ਕਾਰਨ। ਸਰਮਾਏਦਾਰੀ ਦਾ ਯੁੱਗ ਹੈ, ਜਾਂ ਉਹ ਤਾਕਤਾਂ ਜਿਹੜੀਆਂ ਇਹਨਾਂ ਦੇਸ਼ਾਂ ਨੂੰ ਚਲਾ ਰਹੀਆਂ ਨੇ, ਉਹਨਾਂ ਦੀ ਪਹਿਲ ਕੀ ਹੈ, ਪਰ ਉਹ ਤਬਾਹ ਕਿਸ ਕੀਮਤ 'ਤੇ ਕਰ ਰਹੀਆਂ ਨੇ। ਮਨੁੱਖੀ ਜਾਨਾਂ ਤਾਂ ਜਾਂਦੀਆਂ ਹੀ ਜਾਂਦੀਆਂ, ਗੁਰਬਤ ਦਾ ਮਾਹੌਲ ਤਾਂ ਪੈਦਾ ਹੀ ਹੁੰਦਾ, ਪਰ ਜਿਹੜਾ ਕੁਦਰਤ ਨੂੰ ਬਰਬਾਦ ਕਰ ਰਹੀਆਂ ਨੇ, ਓਜ਼ੋਨ ਦੀ ਜਿਹੜੀ ਤਹਿ ਨੂੰ ਤਬਾਹ ਕਰ ਦਿੱਤਾ, ਪਾਣੀਆਂ ਨੂੰ ਤਬਾਹ ਕਰ ਦਿੱਤਾ, ਹਵਾ ਨੂੰ ਪ੍ਰਦੂਸ਼ਿਤ ਕਰ ਦਿੱਤਾ, ਜਿਸ ਤਰ੍ਹਾਂ ਦੇ ਰਸਾਇਣ ਇਸ ਦੇ ਵਿੱਚ ਘੋਲ ਦਿੱਤੇ, ਇਹ ਤਾਂ ਕੁਦਰਤ ਦੇ ਸਭ ਤੋਂ ਵੱਡੇ ਵੈਰੀ ਦੇ ਤੌਰ 'ਤੇ ਜਿਹੜੇ ਪਰਮਾਣੂ ਹਥਿਆਰ ਨੇ, ਇਸ ਤੋਂ ਵੱਡਾ ਕੋਈ ਦੁਸ਼ਮਣ ਹੈ ਹੀ ਨਹੀਂ। ਇਸ ਵੇਲੇ ਤਾਂ ਦੁਨੀਆ ਤਬਾਹੀ ਦੇ ਕੰਢੇ ਤੇ ਪਹੁੰਚੀ ਹੋਈ ਹੈ, ਕੋਈ ਵੱਡੀ ਕਰੋਪੀ ਕਦੇ ਵੀ ਆ ਸਕਦੀ ਜੀ, ਇਸ ਦੀ ਕਲਪਨਾ ਵੀ ਨਹੀਂ ਅਸੀਂ ਕਰ ਸਕਦੇ। ਕਈ ਚੀਜ਼ਾਂ ਇਨਸਾਨ ਦੀ ਵੱਸੋਂ ਬਾਹਰ ਨੇ। ਪਰ ਜਿਹੜਾ ਅਸੀਂ ਵੇਖ ਲਓ ਕੋਵਿਡ ਸੰਕਟ ਚੱਲਿਆ, ਕਿੰਨੇ ਸੰਕਟ ਆਏ, ਇਸ ਗੱਲ ਦੀ ਤਾਂ ਸਾਨੂੰ ਸੋਝੀ ਹੁਣ ਤੱਕ ਹੋ ਜਾਣੀ ਚਾਹੀਦੀ ਕਿ ਸੰਕਟ ਕਿਉਂ ਆ ਰਹੇ ਨੇ। ਸੰਕਟ ਨੂੰ ਨਜਿੱਠਣ ਲਈ ਸਾਡੇ ਕੋਲ ਪੂਰੇ ਸਾਧਨ ਵੀ ਹੈ ਨਹੀਂਗੇ। ਜਿਹੜਾ ਪੈਸਾ ਅਸੀਂ ਇੱਧਰ ਉੱਧਰ ਰੋੜ ਰਹੇ ਹਾਂ, ਇੱਥੇ ਲਾ ਲਿਆ ਹੁੰਦਾ ਜੀ, ਕਈ ਤਰ੍ਹਾਂ ਦੀਆਂ ਬਿਮਾਰੀਆਂ ਟਲ ਸਕਦੀਆਂ ਸੀਗੀਆਂ, ਕਈ ਤਰ੍ਹਾਂ ਦੇ ਵਾਇਰਸ ਟਲ ਸਕਦੇ ਸੀਗੇ, ਉਹਨਾਂ ਲਈ ਕੋਈ ਹੋਰ ਹਸਪਤਾਲਾਂ ਦੇ ਪ੍ਰਬੰਧ ਹੋ ਸਕਦੇ ਸੀ। ਹੁਣ ਕਈ ਇਹੋ ਜਿਹੇ ਦੇਸ਼ ਨੇ ਦੁਨੀਆ ਦੇ ਵਿੱਚ, ਗਰੀਬ ਦੇਸ਼, ਜਿੱਥੇ ਹਾਲਤ ਗੁਰਵਿੰਦਰ ਸਿੰਘ ਜੀ ਇਹ ਹੋਈ ਹੈ ਕਿ ਉਹਨਾਂ ਕੋਲ ਪੂਰੇ ਸਾਧਨ ਹੈ ਨਹੀਂ ਕੋਵਿਡ-19 ਨਾਲ ਨਜਿੱਠਣ ਵਾਸਤੇ ਜੀ, ਜਿਸ ਦੇ ਚਲਦਿਆਂ ਕਈ ਥਾਵਾਂ ਤੇ ਡਾਕਟਰ ਨਰਸਾਂ ਘਰ ਬੈਠਣ ਲਈ ਮਜਬੂਰ ਨੇ, ਤੇ ਜਿਹੜੇ ਹਸਪਤਾਲ ਜਾ ਰਹੇ ਨੇ ਉਹ ਮੌਤ ਦੇ ਮੂੰਹ 'ਚ ਜਾ ਰਹੇ। ਇਹੋ ਜਿਹੀ ਮਿਸਾਲਾਂ ਵੀ ਆਈਆਂ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਅਸੀਂ ਵੇਖ ਰਹੇ ਹਾਂ ਕਿ ਬਜਟ ਜਿਹੜਾ ਡਿਫੈਂਸ ਦਾ ਵੱਧ ਰਿਹਾ ਹੋਵੇ, ਉਹਦੀ ਤਾਂ ਵੈਸੇ ਹੀ ਕੋਈ ਸੈਂਸ ਨਹੀਂ ਬਣਦੀ ਜੀ। ਇਹ ਤਾਂ ਹੁਣ ਸਾਰੇ ਸਿਆਸਤਦਾਨਾਂ ਨੂੰ ਸੋਚਣਾ ਪਊਗਾ। ਪਰ ਮੈਨੂੰ ਲੱਗਦਾ ਕਿ ਜੇ ਮੁਆਸ਼ਰੇ 'ਚ ਗੱਲ ਜ਼ਿਆਦਾ ਉੱਠੇਗੀ, ਲੋਕ ਜੇ ਆਪ ਸੜਕਾਂ 'ਤੇ ਨਿਕਲ ਕੇ ਆਏ ਖੁੱਲ੍ਹ ਕੇ, ਫਿਰ ਜਾ ਕੇ ਇਹਨਾਂ ਨੂੰ ਸੋਝੀ ਆਉਣੀ। ਕਿਉਂਕਿ ਜਿਹੜੇ ਲੀਡਰ ਨੇ ਖਾਸ ਤੌਰ 'ਤੇ ਲੋਕਤੰਤਰਿਕ ਦੇਸ਼ਾਂ ਵਿੱਚ, ਉਹ ਤਾਂ ਗਿਣਤੀ ਵੇਖਦੇ ਆ ਜੀ ਕਿ ਵੋਟਾਂ ਜਿਹੜੇ ਦੇਣ ਵਾਲੇ ਕੌਣ ਨੇ, ਲੋਕ ਜ਼ਿਆਦਾ ਕਿਹੜੀਆਂ ਗੱਲਾਂ 'ਤੇ ਜ਼ੋਰ ਦੇ ਰਹੇ ਨੇ। ਲੋਕ ਜੇ ਸੁਰੱਖਿਆ ਵਿੱਚ ਹੀ ਸੁਰੱਖਿਆ ਦੇ ਸਵਾਲ ਜੇ ਉਲਝੇ ਰਹੇ ਜੀ, ਤਾਂ ਉਹਨਾਂ ਨੇ ਕਦੇ ਇਸ ਪਾਸੇ ਧਿਆਨ ਨਹੀਂ ਜਾਣਾ। ਸੋ ਉਹ ਜਿਹੜੀ ਚੇਤਨਾ ਦਾ ਪੱਧਰ ਜਿਹੜਾ ਵਧਣ ਦੀ ਥਾਂ 'ਤੇ ਘਟਦਾ ਜਾ ਰਿਹਾ, ਜਿਹੜੇ ਲੋਕ ਆਵਾਜ਼ ਬੁਲੰਦ ਕਰਦੇ ਉਹਨਾਂ ਦਾ ਘੇਰਾ ਸੁੰਗੜਦਾ ਜਾ ਰਿਹਾ, ਉਸ ਕਰਕੇ ਸਮੱਸਿਆ। ਜੇ ਉਹ ਘੇਰਾ ਵਿਸ਼ਾਲ ਹੋ ਜਾਏ, ਕਿਉਂਕਿ ਕਿਸੇ ਵੇਲੇ ਜਿਹੜੇ ਬਜ਼ੁਰਗ ਦੱਸਦੇ ਕਿ ਅੱਜ ਤੋਂ ਕਈ ਸਾਲ ਪਹਿਲਾਂ 70ਵੇਂ 60ਵੇਂ ਦੇ ਵਿੱਚ ਤਾਂ ਵੱਡੇ ਵੱਡੇ ਇਕੱਠ ਹੁੰਦੇ ਸੀ ਜੰਗਾਂ ਦੇ ਖਿਲਾਫ, ਅਮਨ ਪਸੰਦ ਲੋਕਾਂ ਦੇ। ਅੱਜ ਤੁਸੀਂ ਵੇਖੋ ਉਹੋ ਜਿਹੇ ਇਕੱਠ ਅਸੀਂ ਵੇਖ ਨਹੀਂ ਰਹੇ। ਜਿਹੜੀਆਂ ਰੈਲੀਆਂ ਹੁੰਦੀਆਂ ਸੀਗੀਆਂ ਵਾਰ ਦੇ ਖਿਲਾਫ, ਅਮਨ ਦੇ ਖਾਤਰ, ਉਹ ਉਸਦਾ ਜਿਹੜੀ ਉਸਦੇ ਵਿੱਚ ਰੁਚੀ ਲੋਕਾਂ ਦੀ ਘਟਦੀ ਜਾ ਰਹੀ ਜੀ ਜੀ, ਕਿਉਂਕਿ ਲੋਕਾਂ ਲਈ ਹੋਰ ਬੜੇ ਮੁੱਦੇ ਭਾਰੂ ਨੇ। ਆਰਥਿਕਤਾ ਦਾ ਮੁੱਖ ਮੁੱਦਾ ਹੈ, ਹੋਣਾ ਵੀ ਚਾਹੀਦਾ, ਹਰ ਇੱਕ ਦੀ ਰੋਜ਼ੀ ਰੋਟੀ ਦਾ ਸਵਾਲ ਮੰਨਦੇ ਹਾਂ ਅਸੀਂ ਗੱਲ ਨੂੰ, ਪਰ ਦਿਲਚਸਪੀ ਘਟਦੀ ਜਾਣੀ, ਲੋਕਾਂ ਵਿੱਚ ਜਿਹੜੀ ਦੂਰੀ ਵੱਧ ਰਹੀ ਹੈ ਜੀ, ਉਸ ਦਾ ਫਾਇਦਾ ਵੀ ਇਹਨਾਂ ਲੋਕਾਂ ਨੂੰ ਹੋ ਰਿਹਾ ਜਿਹੜੇ ਜੰਗ ਦਾ ਸਾਜੋ ਸਮਾਨ ਤਿਆਰ ਕਰਦੇ। ਬਿਲਕੁਲ। ਸੋ ਲੋਕਾਂ ਵੱਲੋਂ ਪ੍ਰੈਸ਼ਰ ਆਉਣਾ ਬਹੁਤ ਜ਼ਰੂਰੀ ਹੈ। ਮੇਰੀ ਪੂਰੀ ਆਸ ਅਸੀਂ ਪੋਲੀਟੀਸ਼ੀਅਨ ਸੇ ਕਰਾਂਗੇ, ਮੇਰੇ ਖਿਆਲ ਉਹ ਆਪਣੇ ਨੂੰ ਧੋਖਾ ਦੇਣ ਵਾਲੀ ਗੱਲ ਹੋਏਗੀ, ਕਿਉਂਕਿ ਉਹ ਕੀ ਜਾਣਨ ਇਸ ਗੱਲ ਨੂੰ। ਜਦੋਂ ਉਹਨਾਂ ਨੂੰ ਉੱਥੋਂ ਡੋਨੇਸ਼ਨਾਂ ਵੀ ਆਉਂਦੀਆਂ, ਫੰਡਿੰਗ ਵੀ ਹੁੰਦੀ ਹੈ, ਉਹਨਾਂ ਨੂੰ ਕੀ ਲੈਣਾ ਦੇਣਾ ਇਸ ਗੱਲ ਨਾਲ। ਬਿਲਕੁਲ। ਮੈਂ ਸਾਹਿਰ ਲੁਧਿਆਣਵੀ ਦੀ ਉਹ ਗਜ਼ਲ ਜਿਹੜੀ ਕਿ ਇੱਕ ਕਮਾਲ ਦੀ ਦੁਨੀਆ 'ਚ ਮਸ਼ਹੂਰ ਹੈ ਕਿ ਜੰਗ ਦਾ ਜਿਹੜਾ ਖਤਰਾ ਕਿੰਨਾ, ਜੰਗ ਕਿੰਨੀ ਭਿਆਨਕ ਹੈ, ਜੰਗ ਦੀ ਤਬਾਹੀ ਕਿੰਨੀ ਹੈ, ਅੱਜ ਵੀ ਲੋਕ ਮਾਨਸਿਕਤਾ ਦਾ ਹਿੱਸਾ।
ਜਦੋਂ ਅਸੀਂ ਕਿਤੇ ਦੇਖਦੇ ਹਾਂ ਕਿ ਮਨੁੱਖ ਜਿਹੜਾ ਹੈ ਕਿਸ ਤਰੀਕੇ ਨਾਲ ਆਪਣੀ ਮੌਤ ਦਾ ਸਮਾਨ ਤਿਆਰ ਕਰ ਰਿਹਾ, ਜਾਂ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਰਚਨਾ ਜਦੋਂ ਉਹ ਲਿਖਦਾ ਕਿ ਹਾੜਾ ਜੇ ਦੇਸ਼ਾਂ ਵਾਲਿਓ, ਹਾੜਾ ਜੇ ਕੌਮਾਂ ਵਾਲਿਓ, ਉਹ ਐਟਮਾਂ ਦੇ ਤਾਜਰੋ, ਬਾਰੂਦ ਦੇ ਵਣਜਾਰਿਓ, ਹੁਣ ਹੋਰ ਨਾ ਮਨੁੱਖ ਸਿਰ ਲਹੂਆਂ ਦਾ ਕਰਜ਼ਾ ਚਾੜਿਓ, ਹੈ ਹੱਕ ਅੱਖ ਚੁਬੀ ਅਮਨ ਦੀ, ਆਵੋ ਵੀ ਫੂਕਾ ਮਾਰਿਓ। ਸਾਨੂੰ ਲੋੜ ਹੈ ਜੇ ਲੇਖਕਾਂ ਦੀ, ਚਿੰਤਕਾਂ ਦੀ, ਬੁੱਧੀਜੀਵੀਆਂ ਦੀ। ਬਿਲਕੁਲ ਇਹਨਾਂ ਦਾ ਫਰਜ਼ ਬਣਦਾ, ਜਿਨ੍ਹਾਂ ਦੀ ਕਲਮ ਅੱਜ ਖਾਮੋਸ਼ ਬੈਠੀ ਹੈ, ਉਹਨਾਂ ਨੂੰ ਚਾਹੀਦਾ ਕਿ ਇਸ ਬਾਰੇ ਕੁਝ ਸੋਚਣ। ਸੋ ਬਜਾਏ ਕਿ ਉਹ ਜਿਹੇ ਲੀਡਰਾਂ ਦੇ ਗੁੱਡੇ ਬੰਨੇ ਜਾਣ ਜਿਹੜੇ ਤਬਾਹੀ ਦੇ ਕਾਰਨ ਨੇ, ਉਹਨਾਂ ਦੀ ਆਲੋਚਨਾ ਕੀਤੀ ਜਾਵੇ ਔਰ ਇਹਨਾਂ ਸਵਾਲਾਂ 'ਤੇ ਕੀਤੀ ਜਾਵੇ। ਕਈ ਵਾਰੀ ਸਾਡੀ ਆਲੋਚਨਾ ਦਾ ਵੀ ਜਿਹੜਾ ਤਰੀਕਾ ਹੁੰਦਾ ਉਹ ਵੀ ਠੀਕ ਨਹੀਂ ਹੁੰਦਾ। ਅਸੀਂ ਜਾਂ ਤਾਂ ਬਿਲਕੁਲ ਨਿੱਜੀ ਤੌਰ 'ਤੇ ਜਾ ਕੇ ਉਲਾਰ ਹੋ ਕੇ ਬਹੁਤ ਕੁਝ ਕਹਿਣ ਲੱਗ ਪੈਂਦੇ। ਚਾਹੀਦਾ ਹੈ ਕਿ ਪਾਲਿਸੀਆਂ ਉੱਤੇ ਆਲੋਚਨਾ ਹੋਵੇ, ਔਰ ਜਿਹੜੀ ਇਸ ਕਿਸਮ ਦੀ ਜਿਹੜੀ ਇੱਕ ਉਸਾਰੂ ਲਹਿਰ ਜਾਂ ਅੱਗੇ ਵਧੂ ਲਹਿਰ ਜਿਹੜੀ ਇਸ ਚੀਜ਼ ਨੂੰ ਅੱਗੇ ਤੋਰ ਸਕਦੀ ਹੈ, ਉਸ ਨੂੰ ਸੁਰਜੀਤ ਕਰਨ ਦੀ ਜ਼ਿੰਮੇਵਾਰੀ ਇਹਨਾਂ ਲੋਕਾਂ ਦੀ ਬਣਦੀ ਹੈ। ਮੈਂ ਇੱਕ ਗੱਲ ਮਹਿਸੂਸ ਕਰਦਾ ਸੀ ਕਿ ਬਹੁਤ ਵੱਡਾ ਇਸ ਵੇਲੇ ਜਦੋਂ ਅਸੀਂ ਸੰਕਟ ਦੇਖਦੇ ਹਾਂ, ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਹਰ ਇੱਕ ਬੰਦਾ ਇਹ ਦੁੱਖ ਮਹਿਸੂਸ ਕਰਦਾ ਕਿ ਅੱਜ ਮਨੁੱਖੀ ਜ਼ਿੰਦਗੀ ਇੰਨੀ ਜ਼ਿਆਦਾ ਜਿਹਨੂੰ ਕਹਿ ਸਕਦੇ ਆ ਕਿ ਬੋਝਲ ਜੀ ਹੋ ਚੁੱਕੀ ਹੈ ਕਿ ਉਸ ਨੂੰ ਜ਼ਿੰਦਗੀ ਦਾ ਆਨੰਦ ਜਿਹੜਾ ਲੁਤਫ ਤਾਂ ਆਉਂਦਾ ਨਹੀਂ, ਜਾਂ ਭੁੱਖਮਾਰੀਆਂ ਅਤੇ ਗੁਰਬਤਾਂ ਦਾ ਸ਼ਿਕਾਰ ਹੈ, ਜਾਂ ਫਿਰ ਇਹੋ ਜਿਹੇ ਰਾਸ਼ਟਰੀ ਪੱਧਰ ਦੀਆਂ ਜਿਹੜੀਆਂ ਬਦਨੀਤੀਆਂ ਦਾ ਸ਼ਿਕਾਰ ਹੈ। ਅਤੇ ਨੇਤਾ, ਨੀਤੀ, ਨਾਤਾ ਅਤੇ ਨੀਅਤ ਚਾਰੇ ਥੰਮ ਜਿਹੜੇ ਆ ਡਿੱਗ ਰਹੇ ਆ। ਨੇਤਾ ਦੀ ਨੀਤੀ ਬਦਨੀਤੀ ਬਣ ਚੁੱਕੀ ਹੈ, ਨਾਤਾ ਸਿਰਫ ਕੁਰਸੀ ਨਾਲ ਹੈ, ਨੀਅਤ ਭ੍ਰਿਸ਼ਟ ਚੁੱਕੀ ਹੈ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਨਵੀਂ ਲੀਡਰਸ਼ਿਪ ਨੂੰ ਅੱਗੇ ਆਉਣਾ ਚਾਹੀਦਾ ਹੈ। ਉਹ ਲੀਡਰਸ਼ਿਪ ਜਿਹੜੀ ਇਸ ਗੱਲ ਦਾ ਤਹਈਆ ਕਰੇ ਕਿ ਸਾਡੀਆਂ ਪਹਿਲਾਂ ਇਸ ਦੁਨੀਆ ਨੂੰ, ਜਿਹੜਾ ਕਿ ਕੁਦਰਤ ਦੀ ਕਾਦਰ ਦੀ ਸਿਰਜੀ ਇਹ ਕਾਇਨਾਤ ਹੈ, ਜਿਸ ਨੂੰ ਅਸੀਂ ਪ੍ਰਕਿਰਤੀ ਕਹਿ ਲਓ, ਜੋ ਵੀ ਕਹਿ ਲਓ, ਇਸ ਨੂੰ ਅਸੀਂ ਖੂਬਸੂਰਤ ਬਣਾਈਏ, ਇਸ ਨੂੰ ਆਨੰਦਮਈ ਬਣਾਈਏ, ਇਸ ਦੇ ਵਿੱਚ ਜੀਓ ਅਤੇ ਜਿਉਣ ਦਾ ਉਹਦਾ ਸੰਕਲਪ ਹੋਵੇ। ਕਾਹਦੇ ਵਾਸਤੇ ਹਜ਼ਾਰਾਂ ਲੱਖਾਂ ਮਾਰੀ ਜਾਂਦੇ ਆ? ਕਾਹਦੇ ਵਾਸਤੇ ਕਤਲੋ ਗਾਰਤ? ਮੇਰਾ ਧਰਮ, ਮੇਰਾ ਮਜ਼ਹਬ, ਮੇਰਾ ਰਾਸ਼ਟਰ, ਮੇਰੀ ਭਾਸ਼ਾ, ਇਸ ਗੱਲ ਨੂੰ ਲੈ ਕੇ ਦੂਜਿਆਂ ਨੂੰ ਸਾਰਿਆਂ ਨੂੰ ਤਹਿਸ ਨਹਿਸ ਕਰੀ ਜਾਂਦੇ ਆ। ਇਹ ਜਿਹੜਾ ਸਿਲਸਿਲਾ ਚੱਲ ਰਿਹਾ, ਇਸ ਕਰਕੇ ਤਾਂ ਮਨੁੱਖ ਬਿਹਤਰ ਨਹੀਂ ਸੀ। ਮੈਨੂੰ ਲੱਗਦਾ ਕਿ ਬਿਹਤਰ ਤਾਂ ਮਨੁੱਖ ਸੀ ਵੀ ਇਹਦੇ ਕੋਲ ਕੋਈ ਗਿਆਨ ਸੀ, ਚਿੰਤਨ ਹੈ ਇਹ ਸਾਰੇ ਜੀਵਾਂ ਜੰਤੂਆਂ ਤੋਂ। ਪਰ ਇਹ ਏਡਾ ਵੱਡਾ ਡੰਗਰ ਸਾਬਤ ਹੋਏਗਾ, ਏਡਾ ਵੱਡਾ ਪਸ਼ੂ ਬਣੇਗਾ। ਇਹਨੇ ਤਾਂ ਮਾਤ ਪਾ ਦਿੱਤੀ। ਉਹ ਹੱਸਦੇ ਹੋਣਗੇ ਬਾਕੀ, ਜਦੋਂ ਕਿਸੇ ਨੂੰ ਕੋਈ ਗਾਲ ਕੱਢਦਾ, ਇਹ ਤਾਂ ਕੁੱਤਿਆਂ ਵਾਲੇ ਕੰਮ ਕਰਦਾ। ਮੈਂ ਕਿਹਾ ਉਹ ਕਹਿੰਦਾ ਉਹ ਤੇਰੇ ਨੂੰ ਤਾਂ ਮੈਂ ਚੰਗਾ। ਜੇ ਕਹਿੰਦੇ ਇਹ ਗਧਿਆਂ ਵਾਲੇ ਕੰਮ ਕਰਦਾ, ਉਹ ਗਧਾ ਕਹਿੰਦਾ ਮੈਂ ਤਾਂ ਫਿਰ ਵੀ ਠੀਕ ਹਾਂ, ਮੈਂ ਤਾਂ ਜਿਸ ਤਰ੍ਹਾਂ ਭਾਟ ਹੋਣਾ, ਪਰ ਤੂੰ ਤਾਂ ਮਿੱਥੋਂ ਵੀ ਗਾ। ਹੁਣ ਤਾਂ ਗਾਲ ਕੱਢਣੀ ਵੀ ਕਿਸੇ ਜਾਨਵਰ ਦੀ ਗਲਤ ਹੈ। ਦੇਖੋ ਜੀ, ਮੈਂ ਲੋਕਾਂ ਨੂੰ ਇਹ ਕਹਿਣਾ ਹੁੰਦਾ ਕਿ ਕਿਸੇ ਨੂੰ ਕੁੱਤਾ ਨਾ ਕਹੋ, ਬਿੱਲਾ ਨਾ ਕਹੋ, ਕਿਸੇ ਨੂੰ ਤੁਸੀਂ ਗਧਾ ਨਾ ਕਹੋ, ਕਿਉਂਕਿ ਜਦੋਂ ਤੁਸੀਂ ਖਾਸ ਤੌਰ 'ਤੇ ਜਿਹੜੇ ਜ਼ਾਲਮ ਕਿਸਮ ਦੇ ਲੀਡਰ ਨੇ, ਜਦੋਂ ਉਹਨਾਂ ਨੂੰ ਕੁੱਤਾ, ਗਧਾ ਕਹਿ ਕੇ ਸੰਬੋਧਨ ਕਰਦੇ ਹੋ, ਤਾਂ ਤੁਸੀਂ ਉਹਨਾਂ ਪਸ਼ੂਆਂ ਨਾਲ, ਜਾਨਵਰਾਂ ਨਾਲ ਨਾਇਨਸਾਫੀ ਕਰ ਰਹੇ ਹੋ। ਉਹਨਾਂ ਬੇਜ਼ੁਬਾਨਾਂ ਤੋਂ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਤੁਸੀਂ ਉਹਨਾਂ ਨੂੰ ਇਹੋ ਜਿਹੇ ਜ਼ਾਲਮਾਂ ਨਾਲ ਮਿਲਿਆ, ਬਿਲਕੁਲ ਆਦਮਖੋਰਾਂ ਦੇ ਨਾਲ। ਉਹਨਾਂ ਨੂੰ ਆਦਮਖੋਰ ਕਹੋ, ਉਹਨਾਂ ਨੂੰ ਜ਼ਾਲਮ ਕਹੋ, ਪਰ ਉਹਨਾਂ ਨੂੰ ਕੁੱਤਾ, ਬਿੱਲਾ, ਗਧਾ ਕਹਿ ਕੇ ਉਹਨਾਂ ਵਿਚਾਰੇ ਮਾਸੂਮ ਜਾਨਵਰਾਂ ਦਾ ਨਿਰਾਦਰ ਨਾ ਕਰੋ। ਇਹ ਮੈਂ ਬੇਨਤੀ ਹਰੇਕ ਨੂੰ ਕਰਦਾ ਹੁੰਦਾ। ਬਿਲਕੁਲ ਜੀ। ਹੁਣ ਮੈਂ ਇਹ ਗੱਲ ਨੂੰ ਕਈ ਵਾਰੀ ਕਹਿੰਦੇ ਤੂੰ ਤਾਂ ਬੰਦਾ ਤਾਂ ਹੈਵਾਨ ਬਣਿਆ। ਮੈਂ ਕਿਹਾ ਹੈਵਾਨ ਜਾਨ, ਤੁਸੀਂ ਕਿਸੇ ਹੈਵਾਨ ਕੋ ਸ਼ੈਤਾਨ ਤਾਂ ਮੰਨਿਆ ਜਿਸ ਕਿਸਮ ਦਾ ਸ਼ੈਤਾਨੀ ਉਹਦੇ 'ਚ, ਪਰ ਕਿਸੇ ਜਾਨਵਰ ਨੂੰ, ਕਿਸੇ ਜੀਵ ਨੂੰ, ਪਸ਼ੂ, ਡੰਗਰ ਅਸੀਂ ਆਮ ਆਪਣੀ ਜ਼ਬਾਨ 'ਚ ਬਣਾਉਂਦੇ ਹਾਂ। ਪਰ ਕਿੰਨੇ ਕੁ ਡੰਗਰਾਂ ਨੇ ਬੰਬ ਬਣਾਏ ਨੇ ਜੀ? ਕਿੰਨੀਆਂ ਕੁ ਡੰਗਰਾਂ ਨੇ ਅਟੋਮਿਕ ਪਾਵਰਾਂ ਤਿਆਰ ਕੀਤੀਆਂ? ਕਿੰਨੇ ਕੁ ਡੰਗਰਾਂ ਨੇ ਦੁਨੀਆ ਦੇ ਰੂਪ ਉਜਾੜੇ ਨੇ? ਉਹਨਾਂ ਨੇ ਤਾਂ ਉਜਾੜੇ ਨਹੀਂ। ਫਿਰ ਇਹਨਾਂ ਨੂੰ ਡੰਗਰ ਕਿਉਂ ਕਹਿੰਦੇ ਆ? ਇਹ ਤਾਂ ਡੰਗਰ ਨਹੀਂ, ਇਹ ਮਨੁੱਖਤਾ ਦੇ ਕਾਤਲ ਨੇ। ਬਿਲਕੁਲ ਕਹਿਣਾ ਹੀ ਚਾਹੀਦਾ, ਕਹਿਣਾ ਹੀ ਇਹ ਚਾਹੀਦਾ। ਪਰ ਜਿਹੜੀ ਗੱਲ ਕੁਦਰਤ ਤੁਸੀਂ ਗੱਲ ਕਰ ਰਹੇ ਸੀ ਨਾ, ਉਹ 'ਚ ਮੈਨੂੰ ਇਹ ਚਿੰਤਾ ਨਜ਼ਰ ਆਉਂਦੀ ਕਿ ਅਮਰੀਕਾ ਵਿੱਚ ਖਾਸ ਤੌਰ 'ਤੇ ਦੇਖੋ ਦੋ ਤਰ੍ਹਾਂ ਦੀਆਂ ਪਾਰਟੀਆਂ ਉੱਥੇ ਭਾਰੂ ਰਹੀਆਂ ਜੀ, ਜਾਂ ਰਿਪਬਲਿਕਨ ਜਾਂ ਡੈਮੋਕ੍ਰੈਟ। ਹਾਂਜੀ, ਨੋਮ ਚੌਂਸਕੀ ਨੇ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੋਇਆ ਇਸ ਜੰਗ ਦੇ ਮਸਲੇ ਉੱਤੇ ਜੀ। ਉੱਥੇ ਕੀ ਵਰਤਾਰਾ ਚੱਲ ਰਿਹਾ ਕਿ ਜਿਹੜਾ ਜੰਗ ਦੇ ਉੱਤੇ ਖਾਸ ਤੌਰ 'ਤੇ ਹਥਿਆਰਾਂ ਦੇ ਉੱਤੇ ਡਿਸਕੋਰਸ ਇਹ ਚੱਲ ਰਿਹਾ ਕਿ ਇਸ ਨੂੰ ਵਧੀਆ ਕਿਵੇਂ ਤਰੀਕੇ ਨਾਲ ਵਰਤਿਆ ਜਾਵੇ ਜਾਂ ਕਿਸ ਤਰੀਕੇ ਨਾਲ ਨੁਕਸਾਨ ਘਟਾਇਆ ਜਾਵੇ ਜੀ। ਇਸ ਜਿਹੜਾ ਮੌਲਿਕ ਸਵਾਲ ਦੇ ਕੋਈ ਨਹੀਂ ਆ ਰਿਹਾ, ਨੈਤਿਕ ਸਵਾਲ ਦੇ ਉੱਤੇ ਕਿ ਸਾਨੂੰ ਜੰਗ ਦੀ ਲੋੜ ਹੈ ਜਾਂ ਨਹੀਂ ਹੈ। ਜਦੋਂ ਇਹੋ ਜਿਹਾ ਵਰਤਾਰਾ ਚੱਲਦਾ ਹੋਵੇ ਤਾਂ ਫਿਰ ਉਮੀਦ ਘੱਟ ਨਜ਼ਰ ਆਉਂਦੀ ਹੈ। ਜੇ ਡੈਮੋਕ੍ਰੇਟ ਵੀ ਜਾਂ ਜਿਹੜੇ ਰਿਪਬਲਿਕਨ ਅਗੜ ਪਿਛੜ, ਕੋਈ ਥੋੜਾ ਸਖਤ ਬੋਲ ਰਿਹਾ, ਥੋੜਾ ਨਰਮ ਬੋਲ ਰਿਹਾ, ਪਰ ਬੋਲ ਦੋਨੇ ਜੰਗ ਦੇ ਹੱਕ 'ਚ ਰਹੇ ਆ। ਹਥਿਆਰਾਂ ਦੀ ਲੌਬੀ ਦੇ ਖਿਲਾਫ ਇੱਕ ਵੀ ਡਟ ਕੇ ਸਟੈਂਡ ਨਹੀਂ ਲੈ ਰਿਹਾ। ਜੰਗ ਦੀ ਨੈਤਿਕਤਾ ਉੱਤੇ ਕੋਈ ਬਹਿਸ ਹੀ ਨਹੀਂ ਹੋ ਰਹੀ। ਉੱਥੇ ਕੀ ਕਰਾਂਗੇ ਆਪਾਂ? ਸਭ ਤੋਂ ਵੱਡਾ ਦੁਖਾਂਤ ਹੈ ਜੀ। ਧੰਨਵਾਦ ਗੁਰਪ੍ਰੀਤ ਸਿੰਘ ਜੀ, ਇਸ ਬੜੇ ਸੰਜੀਦਾ ਵਿਸ਼ੇ ਤੇ ਗੱਲ ਕਰਨ ਲਈ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਜੀ। ਅਖੀਰ 'ਚ ਇਹ ਗੱਲ ਹੈ ਕਿ ਹੱਦਾਂ, ਸਰਹੱਦਾਂ, ਜੰਗ ਤੇ ਖਰਚੇ, ਸਰਮਾਏਦਾਰੀ ਦਾ ਇਹ ਜਿਹੜਾ ਇੱਕ ਸੰਤਾਪ ਹੈ,
ਪੈਸੇ ਦੀ ਖੇਡ ਹੈ, ਧਨ ਇਕੱਠਾ ਕਰਨ ਦੇ ਲਈ ਵਰਤਿਆ ਜਾ ਰਿਹਾ ਹੈ, ਮਨੁੱਖਤਾ ਦੀ ਬਰਬਾਦੀ ਦਾ ਕਾਰਨ ਹੈ। ਇਹਨਾਂ ਸਾਰਿਆਂ ਤੋਂ ਉੱਤੇ ਜਿਹੜਾ ਹੈ ਅਸਲ 'ਚ ਕੀ ਹੋਣਾ ਚਾਹੀਦਾ ਹੈ ਕਿ ਉਲਫਤ ਬਾਜਵਾ ਸਾਹਿਬ ਦੇ ਕਮਾਲ ਦੇ ਸ਼ਬਦ ਨੇ ਜਿਨ੍ਹਾਂ ਨਾਲ ਗੱਲ ਸਮੇਟਾਂਗੇ। ਕਿਸ ਨੂੰ ਕਹਾਂ ਪਰਾਇਆ, ਕਿਸ ਨੂੰ ਕਹਾਂ ਮੈਂ ਆਪਣਾ, ਕਿਸ ਨੂੰ ਕਹਾਂ ਪਰਾਇਆ, ਕਿਸ ਨੂੰ ਕਹਾਂ ਮੈਂ ਆਪਣਾ। ਇੱਕ ਜ਼ਾਤ ਆਦਮੀ ਦੀ, ਇੱਕ ਖਾਨਦਾਨ ਮੇਰਾ, ਨਾ ਇਹ ਸਤਾਨ ਮੇਰਾ ਨਾ ਉਹ ਸਤਾਨ ਮੇਰਾ। ਸਾਰੇ ਜਹਾਨ ਦਾ ਮੈਂ, ਸਾਰਾ ਜਹਾਨ ਮੇਰਾ, ਸਾਰਾ ਜਹਾਨ ਮੇਰਾ। ਬਹੁਤ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।